ਸਾਰ ਬਚਨ ਬਾਣੀ ਹਜੂਰ ਸੁਆਮੀ ਜੀ ਮਹਾਰਾਜ। ਚੇਤਾਵਨੀ ਭਾਗ ਪਹਿਲਾ, ਬਚਨ 14ਵਾਂ, ਸ਼ਬਦ ਚੌਥਾ। ਕਰੋ ਰੀ ਕੋਈ ਸਤ ਸੰਗ ਆਜ ਬਣਾਏ। ਕਰੋ ਰੀ ਕੋਈ ਸਤ ਸੰਗ ਆਜ ਬਣਾਏ। ਨਰ ਦੇਹੀ ਤੁਮ ਦੁਰਲਭ ਪਾਈ। ਆਸ ਅਵਸਰ ਫਿਰ ਮਿਲੇ ਨਾ ਆਏ। ਪਰਮ ਚੰਦ ਸਤਿਗੁਰੂ ਹਜ਼ੂਰ ਸਵਾਮੀ ਜੀ ਮਹਾਰਾਜ ਬੜਾ ਪਿਆਰ ਭਰਿਆ ਸੰਦੇਸ਼ ਦੇ ਰਹੇ ਨੇ। ਫਰਮਾ ਰਹੇ ਨੇ, ਕਰੋ ਰੀ ਕੋਈ ਸਤਸੰਗ ਆਜ ਬਣਾਏ, ਨਰ ਦੇਹੀ ਤੁਮ ਦੁਰਲਭ ਪਾਈ, ਅਸ ਅਵਸਰ ਫਿਰ ਮੇਰੇ ਨਾ ਆਏ। ਮੰਨਦੇ ਨੇ ਕਿ ਇਹ ਜਿਹੜੀ ਨਰਦੇਹੀ ਹੈ, ਇਹ ਬੜੇ ਭਾਗਾਂ ਨਾਲ ਮਿਲੀ ਹੈ। ਬੜਾ ਵੱਡਾ ਇੱਕ ਸਾਡੇ ਕੋਲ ਅਵਸਰ ਹੈ। ਇਹ ਬਾਰ-ਬਾਰ ਨਹੀਂ ਮਿਲਦਾ। ਜਿਸ ਤਰ੍ਹਾਂ ਕਹਿੰਦੇ ਕਿ ਪੌੜੀ ਛੁਟਕੀ ਹੱਥ ਨਾ ਆਵੇ, ਇਸੇ ਤਰ੍ਹਾਂ ਇਹ ਜਿਹੜਾ ਮੌਕਾ ਮਿਲਿਆ, ਜਿਹੜਾ ਅਵਸਰ ਮਿਲਿਆ, ਬਾਰ-ਬਾਰ ਨਹੀਂ ਮਿਲਦਾ। ਇਸ ਲਈ ਉਹਦੇ ਵਿੱਚ ਸਾਨੂੰ ਕੀ ਸੰਦੇਸ਼ ਦੇ ਰਹੇ ਨੇ, ਕਰੋ ਰੀ ਕੋਈ ਸਤਸੰਗ ਆਜ ਬਣਾਏ। ਕਿਉਂਕਿ ਅਵਸਰ ਤੇ ਬੜਾ ਭਾਗਾਂ ਨਾਲ ਮਿਲਿਆ। ਨਰਦੇਹੀ ਬੜੀ ਦੁਰਲਭ ਹੈ, ਬੜੇ ਭਾਗਾਂ ਨਾਲ ਮਿਲੀ ਹੈ। ਲੇਕਿਨ ਇਹਦੇ ਵਿੱਚ ਅਸੀਂ ਕਰਨਾ ਕੀ ਹੈ, ਕਾਹਦੇ ਵਾਸਤੇ ਸਾਨੂੰ ਇਹ ਮਿਲੀ ਹੈ, ਕਿਉਂ ਇਹਨੂੰ ਅਵਸਰ ਕਿਹਾ ਗਿਆ ਹੈ ਕਿ ਇੱਕ ਬੜਾ ਦੁਰਲਭ ਅਵਸਰ ਹੈ, ਉਹਦੇ ਬਾਰੇ ਸਾਨੂੰ ਪਤਾ ਨਹੀਂ ਹੁੰਦਾ। ਉਹਨੂੰ ਜਾਣਨ ਵਾਸਤੇ ਇਸ ਨਰਦੇਹੀ ਦੀ ਕੀ ਖਾਸੀਅਤ ਹੈ, ਕੀ ਵਿਸ਼ੇਸ਼ਤਾ ਹੈ, ਉਹਨੂੰ ਸਮਝਣ ਵਾਸਤੇ ਅਸੀਂ ਸਤਸੰਗ ਦੇ ਵਿੱਚ ਆਉਂਦੇ ਹਾਂ। ਉਹਦੇ ਕਰਕੇ ਅਸੀਂ ਸਾਧੂ ਦੀ ਸੰਗਤ ਕਰਦੇ ਹਾਂ। ਪਰ ਅੱਜ ਉਹ ਇਹਦਾ ਵੀ ਭੇਦ ਬਖਸ਼ ਰਹੇ ਨੇ, ਕਿਉਂਕਿ ਸਤਸੰਗ ਸੁਣ ਕੇ ਵੀ ਸਾਨੂੰ ਸਮਝ ਨਹੀਂ ਲੱਗਦੀ। ਉਹ ਸੰਗ ਕਰਕੇ ਵੀ ਸਾਨੂੰ ਉਹ ਜਿਹੜੀ ਰੰਗਤ ਨਹੀਂ ਚੜ੍ਹਦੀ। ਜਿਸ ਤਰ੍ਹਾਂ ਬਾਕੀ ਸੰਗਤ ਕੀਤੀ ਹੈ, ਬੜੀ ਜਲਦੀ ਸਾਨੂੰ ਰੰਗਤ ਚੜ੍ਹਦੀ ਹੈ, ਇੱਥੇ ਆ ਕੇ ਵੀ ਸਾਨੂੰ ਉਹ ਰੰਗਤ ਕਿਉਂ ਨਹੀਂ ਚੜ੍ਹਦੀ? ਉਹਦੇ ਵਾਸਤੇ ਸਾਨੂੰ ਅੱਜ ਅਗਾਹ ਕਰ ਰਹੇ ਨੇ। ਕਹਿੰਦੇ ਕਿ ਬੜਾ ਸਮਾਂ ਲੰਘ ਗਿਆ ਸਤਸੰਗ ਸੁਣਦਿਆਂ, ਸੰਗਤ ਕਰਦਿਆਂ, ਸੇਵਾ ਕਰਦਿਆਂ, ਪਰ ਅੱਜ ਇੱਕ ਪ੍ਰਣ ਕਰੀਏ, ਜਾਂ ਅੱਜ ਇੱਕ ਐਸਾ ਸਤਸੰਗ ਅਸੀਂ ਸੁਣੀਏ, ਐਸਾ ਸਤਸੰਗ ਅਸੀਂ ਇੱਕ ਜੁੜੀਏ ਸੰਗਤ ਦੇ ਨਾਲ, ਜਾਂ ਉਹਦਾ ਸਤਸੰਗ ਦਾ ਸਾਡੇ 'ਤੇ ਐਸਾ ਅਸਰ ਹੋਵੇ ਕਿ ਜਿਹੜਾ ਸਾਨੂੰ ਬਾਅਦ ਦੇ ਵਿੱਚ ਉਹ ਜਿਹੜੀ ਸਾਡੀ ਜਿਹੜੀਆਂ ਮੈਲਾਂ ਜਿਹੜੀਆਂ ਨੇ ਉਹ ਜਿਹੜੀਆਂ ਧੁੱਪ ਜਾਣ। ਕਿਉਂਕਿ ਸਤਸੰਗ ਇਸ ਨੂੰ ਕਿਹਾ ਕਿ ਸਤਸੰਗ ਕਰਤ ਬਹੁਤ ਦਿਨ ਬੀਤੇ, ਅਬ ਤੋਂ ਛੋੜ ਪੁਰਾਣੀ ਬਾਣ, ਕਬ ਲਗ ਕਰੋ ਕੁਟਲਤਾ ਗੁਰੂ ਸੇ, ਅਬ ਤੋਂ ਦੋ ਗੁਰੂ ਕੋ ਪਹਿਚਾਨ। ਕਹਿੰਦੇ ਸਤਸੰਗ ਸੁਣਦਿਆਂ ਬੜੀ ਦੇਰ ਹੋ ਗਈ, ਸਤਸੰਗ ਕਰਤ ਬਹੁਤ ਦਿਨ ਬੀਤੇ, ਪਰ ਅਬ ਤੋਂ ਛੋੜ ਪੁਰਾਣੀ ਬਾਣ, ਕਿ ਪੁਰਾਣੀਆਂ ਆਦਤਾਂ ਤੇ ਸਾਡੀਆਂ ਛੁੱਟਦੀਆਂ ਨਹੀਂ। ਤੇ ਸੰਗ ਕਰਨ ਦਾ ਕੀ ਫਾਇਦਾ ਹੋਇਆ, ਸਤਸੰਗ ਸੁਣਨ ਦਾ ਕੀ ਫਾਇਦਾ ਹੋਇਆ, ਸੇਵਾ ਕਰਨ ਦਾ ਕੀ ਫਾਇਦਾ ਹੋਇਆ? ਸੇਵਾ ਦਾ, ਸੰਗ ਦਾ ਮਤਲਬ ਇਹ ਹੁੰਦਾ ਹੈ ਕਿ ਜਿਸ ਤਰ੍ਹਾਂ ਗੁਰੂ ਮਹਾਰਾਜ ਫਰਮਾਉਂਦੇ ਸੀ ਕਿ ਜਦੋਂ ਸਾਬਣ ਕੱਪੜੇ ਦੇ ਨਾਲ ਲੱਗਦਾ ਹੈ, ਜਦੋਂ ਜਿੰਨੀ ਵਾਰੀ ਉਹ ਕੱਪੜੇ ਦੇ ਨਾਲ ਲੱਗਦਾ ਹੈ, ਉਨੀ ਵਾਰੀ ਉਹਦੀ ਮੈਲ ਉਤਾਰਦਾ ਜਾਂਦਾ, ਮੈਲ ਉਤਰਦੀ ਜਾਂਦੀ। ਜੇ ਸਾਬਣ ਲਾਇਆ ਮੈਲ ਹੀ ਨਹੀਂ ਉਤਰ ਰਹੀ ਤਾਂ ਉਹਦੇ ਲਾਉਣ ਦਾ ਫਾਇਦਾ ਕੀ? ਫਿਰ ਇਹਦਾ ਮਤਲਬ ਕਿ ਜਾਂ ਸਾਬਣ ਲੱਗ ਹੀ ਨਹੀਂ ਰਿਹਾ, ਉੱਪਰ ਹੀ ਲੱਗਿਆ ਰਿਹਾ। ਉਹਦੇ ਵਿਚਕਾਰ ਕੋਈ, ਕੱਪੜੇ ਦੇ ਵਿੱਚ ਤੇ ਸਾਬਣ ਦੇ ਵਿਚਕਾਰ ਕੋਈ ਨਾ ਕੋਈ ਐਸੀ ਦੀਵਾਰ ਹੈ ਜਿਹੜਾ ਉਹ ਕੱਪੜੇ ਦੇ ਨਾਲ ਛੂਹ ਨਹੀਂ ਰਿਹਾ। ਔਰ ਜਦੋਂ ਤੱਕ ਉਹ ਦੀਵਾਰ ਹਟਦੀ ਨਹੀਂ,
ਉਦੋਂ ਤੱਕ ਸਾਡੇ ਤੇ ਸੰਗ ਦਾ, ਸਤਸੰਗ ਦਾ ਜਾਂ ਗੁਰੂ ਪੀਰ ਦੇ ਮਿਲਣ ਦਾ ਜਾਂ ਕਿਸੇ ਚੀਜ਼ ਦਾ ਅਸਰ ਨਹੀਂ ਹੁੰਦਾ। ਇਸ ਲਈ ਸਾਨੂੰ ਸੰਦੇਸ਼ ਦੇ ਰਹੇ ਨੇ ਕਿ ਕਰੋ ਰੀ ਕੋਈ ਸਤਸੰਗ ਆਜ ਬਣਾਏ, ਕਿ ਅੱਜ ਕੋਈ ਐਸਾ ਸੰਗ ਹੋਵੇ ਕਿ ਜਿਹੜੀ ਸਾਡੀ ਮੈਲ ਉਤਰ ਜਾਵੇ, ਸਾਨੂੰ ਉਸ ਚੀਜ਼ ਦੀ ਸਮਝ ਲੱਗ ਜਾਵੇ ਸਤਸੰਗ ਕਿ ਸਤਸੰਗ ਕਿਉਂ ਜ਼ਰੂਰੀ ਹੈ, ਕਾਹਦੇ ਵਾਸਤੇ ਅਸੀਂ ਸਤਸੰਗ ਸੁਣਦੇ। ਕਿਉਂਕਿ ਸਤਸੰਗ ਦੀ ਬਹੁਤ ਮਹਿਮਾ ਸੰਤਾਂ ਨੇ ਦੱਸੀ। ਸਭ ਤੋਂ ਪਹਿਲਾਂ ਜਦੋਂ ਨਾਮ ਵੀ ਸਤਿਗੁਰਾਂ ਕੋਲੋਂ ਲੈਣ ਦੀ ਕਰਦੇ ਆ ਤਾਂ ਉਹ ਵੀ ਪਹਿਲਾਂ ਉਹ ਕਹਿੰਦੇ ਆ ਕਿ ਬੇਟੇ ਪਹਿਲਾਂ ਸਤਸੰਗ ਸੁਣੋ, ਕਿਉਂਕਿ ਸਤਸੰਗ ਦੇ ਵਿੱਚ ਹੀ ਸਾਨੂੰ ਉਹਦਾ ਸੰਤਾਂ ਦਾ ਭੇਤ ਆਉਂਦਾ ਹੈ ਕਿ ਉਹ ਕੀ ਹੁੰਦੇ ਨੇ, ਕਾਹਦੇ ਵਾਸਤੇ ਆਉਂਦੇ ਨੇ, ਕੀ ਸਾਨੂੰ ਦੱਸਦੇ ਨੇ, ਕਿਸ ਤਰ੍ਹਾਂ ਅਸੀਂ ਉਹਨਾਂ ਦਾ ਹੁਕਮ ਮੰਨਣਾ ਹੈ। ਜੇ ਸਤਸੰਗ ਨਾਲ ਮਿਲਿਆ ਹੋਇਆ ਹੋਵੇ ਤੇ ਗੁਰੂ ਮਹਾਰਾਜ ਨੇ ਫਰਮਾਇਆ ਸੀ ਕਿ ਇਹ ਚਾਹੇ ਜਿੰਨਾ ਮਰਜ਼ੀ ਉੱਪਰ ਚਲਾ ਜਾਵੇ, ਜੇ ਇਹਨੂੰ ਸਤਸੰਗ ਨਹੀਂ ਹੈ ਤੇ ਇਹਦੀ ਭਗਤੀ ਜਿਹੜੀ ਹੈ ਕੱਚੀ, ਕਿਉਂਕਿ ਸਤਸੰਗ ਦੇ ਵਿੱਚ ਇਹਦੀ ਪਕਿਆਈ ਹੋਣੀ ਹੈ। ਜੇ ਸਤਸੰਗ ਨਹੀਂ, ਇਹਨੇ ਸੁਣਿਆ ਨਹੀਂ ਸਤਸੰਗ, ਇਹਨੂੰ ਗੁਰੂ ਦਾ ਭੇਤ ਹੀ ਨਹੀਂ ਹੈ, ਤੇ ਫਿਰ ਮਾਰ ਖਾ ਜਾਏਗਾ, ਜਿੱਥੇ ਮਰਜ਼ੀ ਮਾਰ ਖਾ ਜਾਏਗਾ। ਇਸ ਕਰਕੇ ਸਤਸੰਗ ਸਾਡਾ ਕਵਚ ਹੈ, ਉਹ ਸਾਡਾ ਬਚਾਅ ਕਰਦਾ ਹੈ। ਜਦੋਂ ਅਸੀਂ ਸਤਸੰਗ ਦੇ ਵਿੱਚ ਮਾਰ ਖਾਧੀ ਹੁੰਦੀ ਹੈ ਤੇ ਸਾਨੂੰ ਕੋਈ ਵੀ ਬਾਹਰੋਂ ਮਾਰ ਪੈਂਦੀ ਹੈ, ਕਿਸੇ ਤਰ੍ਹਾਂ ਦੀ ਵੀ ਮਾਰ ਪੈਂਦੀ ਹੈ, ਤੇ ਉਹ ਜਿਹੜਾ ਫਿਰ ਇਹਦੀ ਬਚਾਅ ਹੁੰਦਾ, ਇਹਦੀ ਗੁਰਭਗਤੀ ਨਹੀਂ ਇਹਦੀ ਟੁੱਟਦੀ, ਗੁਰਭਗਤੀ ਦੇ ਵਿੱਚ ਇਹਦੇ ਖਿਲਾਫ ਨਹੀਂ ਪੈਂਦੀ। ਲੇਕਿਨ ਜੇ ਇਹਨੇ ਸਤਸੰਗ ਦੇ ਵਿੱਚ ਮਾਰ ਨਹੀਂ ਖਾਧੀ, ਸਤਸੰਗ ਨਹੀਂ ਕੀਤਾ, ਜੇ ਸੰਗ ਨਹੀਂ ਕੀਤਾ ਉਸ ਚੀਜ਼ ਦਾ, ਤੇ ਫਿਰ ਇਹ ਵਧੋ ਵਧੀ ਟੁੱਟਦਾ ਜਾਂਦਾ, ਥੋੜ੍ਹੀ ਥੋੜ੍ਹੀ ਚੀਜ਼ ਤੇ ਟੁੱਟਦਾ ਹੈ, ਥੋੜ੍ਹੀ ਥੋੜ੍ਹੀ ਸੱਟਾਂ ਨਹੀਂ ਟੁੱਟ ਜਾਂਦਾ। ਤਾਂ ਫਰਮਾਇਆ ਕਿ ਨਰ ਦੇਹੀ ਤੁਮ ਦੁਰਲਭ ਪਾਈ, ਅਸ ਅਵਸਰ ਫਿਰ ਮਿਲੇ ਨਾ ਹੈ। ਇਹ ਜਿਹੜੀ ਨਰ ਦੇਹੀ ਮਿਲੀ ਹੈ, ਇਹ ਅਵਸਰ ਬੜਾ ਹੀ ਭਾਗਾਂ ਵਾਲਾ ਹੈ। 84 ਲੱਖ ਜੀਵ ਜੂਨ ਨੇ ਬਹੁਤ ਜੂਨਾਂ ਨੇ ਹੋਰ ਮਿਲਣਗੀਆਂ, ਹੋਰ ਵੀ ਕਈ ਜੂਨਾਂ ਜਿਹੜੀਆਂ ਨੇ, ਉਹ ਬੰਦਾ ਰੂਹ ਜਿਹੜੀ ਹੈ, ਸੁਰਤ ਜਿਹੜੀ ਆ, ਉਹ ਉਹਨਾਂ ਦੇ ਵਿੱਚ ਹੀ ਭਟਕਦੀ ਫਿਰਦੀ। ਲੇਕਿਨ ਇਹ ਜਿਹੜਾ ਅਵਸਰ ਉਹਨਾਂ ਨੇ ਕਿਹਾ ਹੈ, ਇਹ ਕਹਿੰਦੇ ਕਿ ਜੇ ਫਿਰ ਮਿਲੇ ਨਾ ਆਏ, ਇਹ ਅਵਸਰ ਕੀ ਪਤਾ ਮਿਲੇ ਮਿਲੇ ਨਾ ਮਿਲੇ ਨਾ ਮਿਲੇ, ਉਹਨੂੰ ਪੂਰੀ ਜਨਮ ਕਹਿ ਕੇ ਪੌੜੀ ਚੁਟਕੀ ਹੱਥ ਨਾ ਆਵੇ, ਪਹਿਲਾ ਜਨਮ ਗਵਾਇਆ। ਇਸ ਲਈ ਸਾਨੂੰ ਬਾਰ-ਬਾਰ ਸਾਰੇ ਸੰਤ ਮਹਾਤਮਾ ਸਾਨੂੰ ਜਿਹੜੇ ਮਿਸਾਲਾਂ ਦੇ ਦੇ ਕੇ ਦੱਸਦੇ। ਹੁਣ ਅੱਗੇ ਵੀ ਸਤਿਗੁਰ ਜਿਹੜੇ ਆ ਉਹਦੇ ਬਾਰੇ ਦੱਸ ਰਹੇ ਨੇ ਕਿ ਇਹ ਦੁਰਲਭ ਕਿਉਂ ਆ, ਤੇ ਇਹ ਜਿਹੜੀ ਕਿਉਂ ਸਾਨੂੰ ਸੰਤ ਮਹਾਤਮਾ ਕਹਿੰਦੇ ਨੇ ਕਿ ਇਹ ਅਵਸਰ ਜਿਹੜਾ ਮਿਲਿਆ ਇਹਨੂੰ ਸਭ। ਹਾਂਜੀ, ਕਰੋ ਰੀ ਕੋਈ ਸਤ ਸੰਗ ਆਜ ਬਣਾਏ, ਨਰ ਦੇਹੀ ਤੁਮ ਦੁਰਲਭ ਪਾਈ, ਆਸ ਅਵਸਰ ਫਿਰ ਮਿਲੇ ਨਾ ਆਏ, ਤੇਰੀ ਆਸੁਤ ਤਨ ਧਾਮ ਬੜਾਈ, ਜੇ ਸੁਖ ਫਿਰ ਦੁਖ ਮੂਲ ਦਿਖਾਏ। ਹੁਣ ਅੱਗੇ ਜਿਹੜਾ ਇਸ ਦੇਹ ਦੇ ਨਾਲ ਖਿਲਾਰ ਖਿਲਰਦਾ ਹੈ, ਜਿਹਨੂੰ ਅਸੀਂ ਸੱਚਾ ਸਮਝਦੇ ਹਾਂ, ਉਹਦੇ ਬਾਰੇ ਜਾਣਕਾਰੀ ਦੇ ਰਹੇ ਨੇ। ਕਿਉਂਕਿ ਹਰ ਇਨਸਾਨ ਹੀ ਕੁਝ ਨਾ ਕੁਝ ਰਿਸ਼ਤਿਆਂ 'ਚ ਵੱਜਾ ਹੈ, ਕੁਝ ਨਾ ਕਿਸੇ ਚੀਜ਼ਾਂ 'ਚ ਜੁੜਿਆ ਹੈ, ਔਰ ਇਹਦਾ ਸਾਰਾ ਸਮਾਂ ਉਹਦੇ ਵਿੱਚ ਹੀ ਲੰਘ ਜਾਂਦਾ। ਇਹਨੂੰ ਪਤਾ ਹੀ ਨਹੀਂ ਲੱਗਦਾ, ਇਹ ਸੋਚਦਾ ਹੈ ਕਿ ਸ਼ਾਇਦ ਮੇਰਾ ਜਨਮ ਹੀ ਇਸੇ ਵਾਸਤੇ ਹੋਇਆ ਹੈ। ਕੰਮ ਉਹੀ ਕਰੀ ਜਾਂਦਾ ਹੈ, ਲੇਕਿਨ ਭਾਲ ਜਿਹੜੀ ਹੈ ਕੋਈ ਹੋਰ ਚੀਜ਼ ਦੀ ਕਰ ਰਿਹਾ ਹੈ। ਭਾਲ ਕਰਦਾ ਹੈ ਸੁੱਖ ਦੀ, ਲੇਕਿਨ ਜਾ ਕਿੱਧਰ ਨੂੰ ਰਿਹਾ ਹੈ। ਹੁੰਦੇ ਨੇ ਤੇਰੀਆ ਸੁੱਤ ਧਨ ਧਾਮ ਬੜਾਈ, ਇਹ ਸੁੱਖ ਫਿਰ ਦੁੱਖ ਮੂਲ ਦਿਖਾਏ। ਕਿਉਂਕਿ ਸਤਿਗੁਰਾਂ ਨੇ ਫਰਮਾਇਆ ਕਿ ਖਿਲਾਰ ਦੇ ਵਿੱਚ ਜਿਹੜਾ ਦੁੱਖ ਹੈ ਸਿਮਟਾਓ 'ਚ ਸੁੱਖ ਹੈ, ਲੇਕਿਨ ਮਨ ਜਿਹੜਾ ਆ ਇਹ ਉਸ ਵਚਨ ਤੇ ਚੱਲਣ ਨਹੀਂ ਦਿੰਦਾ। ਸਤਸੰਗ ਵੀ ਸੁਣਦਾ ਹੈ, ਗੁਰੂ ਵੀ ਮੰਨਦਾ ਹੈ, ਮੱਥੇ ਵੀ ਟੇਕਦਾ ਹੈ, ਸਭ ਕੁਛ ਕਰਦਾ ਹੈ, ਪਰ ਜਿਹੜਾ ਉਹਦਾ ਵਚਨ ਨਹੀਂ ਮੰਨਦਾ, ਉਹਦੇ ਤੇ ਸਤ ਵਚਨ ਨਹੀਂ ਕਰਦਾ।
ਇਸ ਕਰਕੇ ਉਹ ਜਿਹੜੇ ਫਿਰ ਦੁੱਖ ਨੇ ਜਿਹੜੇ ਸਾਡੇ ਨਾਲ ਜੁੜੇ ਹੁੰਦੇ ਨੇ ਉਹ ਸਾਡੇ ਨਾਲ ਉੱਦਾਂ ਹੀ ਜੁੜੇ ਰਹਿੰਦੇ ਨੇ। ਇਸ ਤਰ੍ਹਾਂ ਪਹਿਲਾਂ ਦੱਸਿਆ ਕਿ ਕਿਸੇ ਨੇ ਦੱਸ ਵੀ ਦਿੱਤਾ ਕਿ ਆਹ ਮੈਲ ਆਹ ਜਿਹੜਾ ਸਾਬਣ ਆ ਜਿਹੜਾ ਸਰਫ ਵਰਤੋ ਇਹਦੇ ਨਾਲ ਮੈਲ ਲੱਗ ਜਾਏਗੀ। ਉਹ ਪੈਸੇ ਵੀ ਖਰਚ ਰਹੇ, ਬਾਜ਼ਾਰੋਂ ਜਾ ਕੇ ਲੈ ਵੀ ਆਉਂਦਾ ਹੈ, ਸਭ ਕੁਝ ਘਰ ਦੇ ਵਿੱਚ ਰੱਖ ਲਿਆ ਹੈ, ਪਰ ਉਹਨੂੰ ਉਹਦੇ ਨਾਲ ਕੱਪੜੇ ਦੇ ਨਾਲ ਲੱਗ ਨਹੀਂ ਰਿਹਾ ਹੈਗਾ, ਜਿਹਦੇ ਕਰਕੇ ਉਹ ਮੈਲ ਨਹੀਂ ਲੱਗ ਰਹੀ। ਕਿਉਂਕਿ ਉਹ ਜਿਹੜੀ ਮੈਲ ਲੱਗਦੀ ਤਾਂ ਥੱਲੇ ਚਟਿਆਈ ਆਉਂਦੀ, ਉਹਨੂੰ ਪਤਾ ਲੱਗ ਜਾਂਦਾ ਕਿ ਅਸਲੀ ਚੀਜ਼ ਹੈ ਕੀ ਆ। ਇਹ ਜਿਹੜਾ ਉੱਪਰੋਂ ਮੈਲ ਜਿਹੜੀ ਹੈ ਕੱਪੜੇ ਦਾ ਰੰਗ ਇਹ ਨਹੀਂ ਹੈ, ਕੱਪੜੇ ਦਾ ਰੰਗ ਤੇ ਕੁਝ ਹੋਰ ਸੀ, ਪਰ ਮੈਲਾਂ ਚੜ ਕੇ ਜਿਸ ਤਰ੍ਹਾਂ ਰੰਗ ਕੁਝ ਹੋਰ ਹੋ ਗਿਆ। ਅਸੀਂ ਸੋਚੀਏ ਜਦੋਂ ਅਸੀਂ ਬਚਪਨ 'ਚ ਹੁੰਦੇ ਹਾਂ, ਸਾਨੂੰ ਕਿੰਨੀ ਕਾਹਦੀ ਟੈਨਸ਼ਨ ਹੁੰਦੀ ਹੈ। ਸਾਨੂੰ ਬੱਚੇ ਜਿਹੜੇ ਆ ਕਿੱਦਾਂ ਮਾਰਦੇ, ਉਹਨਾਂ ਨੂੰ ਕੋਈ ਚੀਜ਼ ਦਾ ਕੋਈ ਪਤਾ ਨਹੀਂ, ਉਛਲ ਕੂਦ ਕਰਦੇ ਨੇ, ਆਪਣੇ ਆ ਖੇਡਦੇ ਹੱਸਦੇ ਨੇ। ਦੁਨੀਆ 'ਚ ਜੋ ਮਰਜ਼ੀ ਹੋ ਰਿਹਾ ਉਹਨਾਂ ਨੂੰ ਕਿਸੇ ਦਾ ਫਿਕਰ ਨਹੀਂ। ਘਰ 'ਚ ਕੀ ਹੋ ਰਿਹਾ, ਚਾਹੇ ਘਰ 'ਚ ਕੋਈ ਜੰਮਿਆ ਹੋਵੇ ਭਾਵੇਂ ਮਰਿਆ ਹੋਵੇ, ਉਹਨਾਂ ਨੂੰ ਉਹਦਾ ਵੀ ਕੋਈ ਪਤਾ ਹੁੰਦਾ। ਉਹ ਆਪਣੇ ਹੀ ਖੇਡ 'ਚ ਰਹਿੰਦੇ ਨੇ, ਉਹਨਾਂ ਨੂੰ ਆਪਣੇ ਹੀ ਉਸ ਚੀਜ਼ 'ਚ ਮਸਤ ਰਹਿੰਦੇ ਨੇ। ਇੱਕ ਮਸਤੀ ਹੁੰਦੀ। ਜੋ ਅਸੀਂ ਵੱਡੇ ਹੋਏ ਮੈਲਾਂ ਚੜ੍ਹਦੀਆਂ ਗਈਆਂ, ਜਿਹੜਾ ਅਸਲੀ ਰੰਗ ਸੀ ਉਹ ਗਾਇਬ ਹੋ ਗਿਆ। ਹੋਰ ਰੰਗ ਦੁਨੀਆ ਦੇ ਚੜ੍ਹ ਗਏ, ਅਸੀਂ ਉਹਨਾਂ ਰੰਗਾਂ ਨੂੰ ਹੀ ਆਪਣਾ ਅਸਲੀ ਰੰਗ ਸਮਝਣ ਲੱਗ ਪਏ। ਤੁਹਾਨੂੰ ਕਿਹਾ ਕਿ ਇਹ ਜਿਹੜਾ ਦੁੱਖ ਜਿਹੜਾ ਹੁੰਦਾ ਹੈ ਸਾਨੂੰ, ਕਿ ਜਿਸ ਕੰਮ ਵਾਸਤੇ ਅਸੀਂ ਆਪਣਾ ਸਾਰਾ ਜੀਵਨ ਬਰਬਾਦ ਕਰ ਦਿੰਦੇ ਹਾਂ, ਤੇਰੀਆ ਸੁੱਤ ਧਨ ਦਾਮ ਬੜਾਈ। ਜੋ ਵੀ ਰਿਸ਼ਤੇ ਨਾਤੇ ਨੇ, ਚਾਹੇ ਧਨ ਦੌਲਤ ਤੇ, ਚਾਹੇ ਰਿਸ਼ਤੇ ਨਾਤੇ ਨੇ, ਚਾਹੇ ਉਹ ਪਤਨੀ ਆ, ਚਾਹੇ ਉਹ ਬੱਚੇ ਆ, ਚਾਹੇ ਉਹ ਭੈਣ ਭਰਾ ਨੇ, ਕੋਈ ਵੀ ਹੈ, ਉਹ ਕਹਿੰਦੇ ਕਿ ਇਹਨਾਂ ਨੂੰ ਹੀ ਅਸੀਂ ਸੁੱਖ ਸਮਝਦੇ ਹਾਂ। ਅਸੀਂ ਸਮਝਦੇ ਹਾਂ ਕਿ ਇਹਨਾਂ ਦੇ ਵਿੱਚ ਸੁੱਖ ਹੈ, ਪਰ ਕਹਿੰਦੇ ਕਿ ਇਹ ਸੁੱਖ ਫਿਰ ਦੁੱਖ ਮੂਲ ਦਿਖਾਏ। ਇਹੋ ਹੀ ਸੁੱਖ ਜਿਹੜਾ ਹੈ ਫਿਰ ਮੂਲ ਜਿਹੜਾ ਦੁੱਖ ਦਾ ਜਿਹੜਾ ਅਸਲੀ ਚਿਹਰਾ ਦਿਖਾਉਂਦਾ। ਅਸੀਂ ਦੇਖੀਏ ਕਿ ਸਾਡੇ ਰਿਸ਼ਤੇ ਨਾਤੇ ਹੁੰਦੇ ਨੇ। ਹੁਣ ਅਸੀਂ ਇੱਥੇ ਬੈਠੇ ਹਾਂ, ਕਿੰਨੀਆਂ ਖਬਰਾਂ ਰੋਜ਼ ਪੜ੍ਹਦੇ ਹਾਂ ਅਸੀਂ ਕਿ ਕਿੰਨੀ ਦੁਨੀਆ ਜਿਹੜੀ ਹੈ ਰੋਜ਼ ਦੀ ਗਰਕ ਹੋ ਰਹੀ ਹੈ, ਕੀ ਹੋ ਰਿਹਾ ਕੁਛ, ਤੇ ਸੋਚੀਏ ਸਾਡੇ ਤੇ ਕਿੰਨਾ ਕਸਰ ਹੋ ਰਿਹਾ। ਪਰ ਜਿੰਨਾ ਜਿੰਨਾ ਸਾਡਾ ਰਿਸ਼ਤਾ ਨਜ਼ਦੀਕ ਦਾ ਹੋਏਗਾ, ਉਹਨਾਂ ਸਾਨੂੰ ਦੁੱਖ ਹੁੰਦਾ ਉਸ ਚੀਜ਼ ਦਾ। ਦੁਨੀਆ ਭਾਵੇਂ ਕਹਿੰਦੇ ਨਾ ਫਿਰ ਬੰਬ ਡਿੱਗੇ, ਭਾਵੇਂ ਨਾਲ ਦਾ ਘਰ ਦੇ ਉੱਤੇ ਡਿੱਗੇ, ਭਾਵੇਂ ਸਾਰਾ ਘਰ ਉੜ ਜੇ, ਮਨ ਨੂੰ ਕੋਈ ਫਰਕ ਨਹੀਂ ਪੈਂਦਾ। ਥੋੜੀ ਦੇਰ ਲਈ ਦੁੱਖ ਹੁੰਦਾ ਹੈ ਤੇ ਬਸ ਭਾਈ ਠੀਕ। ਪਰ ਜਿੰਨੇ ਜਿੰਨੇ ਆਪਣੇ ਰਿਸ਼ਤੇ ਨਜ਼ਦੀਕ ਹੁੰਦੇ ਨੇ, ਜਿਨ੍ਹਾਂ ਨੂੰ ਅਸੀਂ ਆਪਣਾ ਕਹਿੰਦੇ ਹਾਂ, ਦੁੱਖ ਤੇ ਉਹਨਾਂ ਚੀਜ਼ਾਂ ਕਰਕੇ ਹੁੰਦਾ ਸਾਨੂੰ। ਕਿਸੇ ਦੇ ਘਰ ਚੋਰੀ ਹੋ ਜੇ, ਭਾਵੇਂ ਉਹਦਾ ਭਾਵੇਂ ਕੋਈ 50 ਲੱਖ ਰੁਪਏ ਦਾ ਸਮਾਨ ਚੋਰੀ ਹੋ ਜੇ, ਤੇ ਸਾਨੂੰ ਕੋਈ ਦੁੱਖ ਨਹੀਂ। ਆਪਣੇ ਘਰ ਚੋਰੀ ਹੋਵੇ, ਭਾਵੇਂ 5000 ਦੀ ਚੀਜ਼ ਚੁੱਕੀ ਗਈ, ਤੇ ਸਾਨੂੰ ਕਿੰਨਾ ਦੁੱਖ ਹੁੰਦਾ ਕਿ ਉਹ ਸਾਡਾ ਜਿਹੜਾ 5000 ਦਾ ਨੁਕਸਾਨ ਹੋ ਗਿਆ, ਕਿਉਂਕਿ ਆਪਣਾ ਉਹਨੂੰ ਸਮਝਦੇ ਪਏ। ਇਸ ਕਰਕੇ ਸਾਨੂੰ ਦੁੱਖ ਹੋ ਰਿਹਾ। ਇਸੇ ਤਰ੍ਹਾਂ ਹੀ ਜਿੰਨੇ ਵੀ ਰਿਸ਼ਤੇ ਨਾਤੇ ਨੇ, ਦੁਖੀ ਕਦੀ ਕੋਈ ਕਿਸੇ ਨੂੰ। ਹੁਣ ਸਾਨੂੰ ਕੋਈ ਸੋਚੀਏ ਕਿ ਸਾਨੂੰ ਜਿੰਨਾ ਮਰਜ਼ੀ ਅਸੀਂ ਖਬਰਾਂ ਪੜ੍ਹਦੇ, ਪਰ ਸਾਨੂੰ ਪਾਕਿਸਤਾਨ ਨੇ ਆਣ ਕੇ ਕਦੇ ਦੁੱਖ ਦਿੱਤਾ? ਸਾਨੂੰ ਕਦੀ ਅਮਰੀਕਾ ਨੇ ਦੁੱਖ ਦਿੱਤਾ? ਸਾਨੂੰ ਕਦੀ ਆਸਟ੍ਰੇਲੀਆ ਨੇ ਦੁੱਖ ਦਿੱਤਾ? ਦੁੱਖ ਹਮੇਸ਼ਾ ਜਿਹੜਾ ਸਾਡਾ ਆਪਣਾ ਦਿੰਦਾ ਹੈ। ਜਿਹਨੂੰ ਅਸੀਂ ਆਪਣਾ ਸਮਝਦੇ ਹਾਂ, ਉਹ ਹੀ ਦੁੱਖ ਦਿੰਦਾ ਹੈ। ਬਾਹਰ ਦਾ ਤਾਂ ਕੋਈ ਦੁੱਖ ਦੇ ਹੀ ਨਹੀਂ ਸਕਦਾ। ਇਸ ਕਰਕੇ ਸਤਿਗੁਰ ਹੁੰਦੇ ਨੇ ਕਿ ਬਈ ਜਿਹਨੂੰ ਅਸੀਂ ਆਪਣਾ ਸਮਝਦੇ ਹਾਂ, ਦੁੱਖ ਉਹਦੇ ਤੋਂ ਮਿਲ ਜਾਏ। ਲੇਕਿਨ ਇਹ ਝੂਠੇ ਨਾਤੇ ਨੇ। ਸਾਨੂੰ ਪਹਿਲਾਂ ਵੀ ਤੇ ਸਾਡੇ ਨਾਤੇ ਬਣੇ ਹੋਣਗੇ ਕਈ ਰਿਸ਼ਤੇ ਨਾਤੇ। ਸਾਨੂੰ ਜੇ ਪਿਛਲੇ ਰਿਸ਼ਤੇ ਨਾਤਿਆਂ ਦੀ ਅੱਜ ਯਾਦ ਨਹੀਂ ਹੈ, ਤੇ ਇਹਨਾਂ ਰਿਸ਼ਤਿਆਂ ਨਾਤਿਆਂ ਦੀ ਅੱਗੇ ਯਾਦ ਨਹੀਂ ਰਹਿਣੀ। ਇਹਨਾਂ ਨਾਤਿਆਂ ਦੇ ਵਿੱਚ ਹੀ ਅਸੀਂ ਜਿਹੜਾ ਆ ਆਪਣਾ ਜੀਵਨ ਜਿਹੜਾ ਆ ਬਰਬਾਦ ਕਰ ਲੈਂਦੇ। ਠੀਕ ਹੈ, ਡਿਊਟੀਆਂ ਲੱਗੀਆਂ ਨੇ, ਡਿਊਟੀਆਂ ਸਾਰੀਆਂ ਕਰਨੀਆਂ ਨੇ। ਡਿਊਟੀਆਂ ਨਹੀਂ ਕੋਈ ਛੱਡਣੀਆਂ ਕਿ ਕੋਈ ਕੰਮ ਕਾਰ ਜਿਹੜਾ ਛੱਡ ਕੇ ਭੱਜ ਜਾਣਾ ਆ, ਜਾਂ ਰਿਸ਼ਤੇ ਨਾਤੇ ਜਿਹੜੇ ਬਣੇ ਨੇ ਛੱਡ ਕੇ ਭੱਜ ਜਾਣਾ ਆ, ਜਾਂ ਸਭ ਕੁਝ ਸਾਨੂੰ ਇਹ ਨਹੀਂ ਕਹਿੰਦੇ ਕਿ ਕੰਮ ਕਾਰ ਨਾ ਕਰੋ। ਕੋਈ ਹੁੰਦੇ ਨੇ ਕੰਮ ਕਾਰ ਕਰਨੇ ਆ, ਸਾਰੇ ਕਰਨੇ ਆ, ਦੁਨੀਆ ਨਾਲੋਂ ਵਧੀਆ ਕਰਨੇ ਆ, ਕਿਉਂਕਿ ਦੁਨੀਆ ਤੇ ਮਤਲਬ ਦੇ ਕਰਕੇ ਚੱਲ ਰਹੀ ਹੈ। ਦੁਨੀਆ ਤੇ ਆਪਣੇ ਆਪਣੇ ਮਤਲਬ ਕਰਕੇ ਚੱਲ ਰਹੀ ਹੈ ਸਾਰੀ। ਅਸੀਂ ਆਪਣੇ ਮਤਲਬ ਕਰਕੇ ਨਹੀਂ ਚੱਲਣਾ, ਕਿਉਂਕਿ ਮਤਲਬ ਕਰਕੇ ਜਿਹੜਾ ਕੰਮ ਕਰਾਂਗੇ ਉਹ ਵਧੀਆ ਨਹੀਂ ਹੋਏਗਾ। ਇੱਥੇ ਜਿੰਨਾ ਵੀ ਅਸੀਂ ਇੱਕ ਦੂਸਰੇ ਵਾਸਤੇ ਚੱਲ ਰਹੇ ਹਾਂ, ਹਰ ਇੱਕ ਦੇ ਪਿੱਛੇ ਕੋਈ ਨਾ ਕੋਈ ਮਤਲਬ ਹੈ, ਕੋਈ ਨਾ ਕੋਈ ਆਪਣਾ ਜਿਹੜਾ ਆ ਉਹ ਛੁਪਿਆ, ਕੋਈ ਨਾ ਕੋਈ ਲੋਕ। ਇਹ ਸੋਚ ਕੇ ਦੇਖੀਏ ਕਿ ਜੇ ਸਾਡਾ ਕੋਈ ਆਪਣਾ ਲੋਭ ਨਾ ਹੋਵੇ ਕਿਸੇ ਕੰਮ ਦੇ ਵਿੱਚ,
ਆਪਣਾ ਕੋਈ ਸਾਡਾ ਕੋਈ ਪਰਸਨਲ ਕੋਈ ਵਿੱਚ ਫਾਇਦਾ ਨਾ ਹੋਵੇ, ਅਸੀਂ ਸੋਚੀਏ ਅਸੀਂ ਕਿਸੇ ਦਾ ਕੰਮ ਕਰਾਂਗੇ। ਜਿੰਨੇ ਵੀ ਨਾਤੇ ਨੇ ਇੱਥੇ ਸਾਰਿਆਂ ਦੇ ਪਿੱਛੇ ਹੀ ਕੋਈ ਨਾ ਕੋਈ ਲੋਕ ਛੁਪੇ, ਜਿੱਥੋਂ ਤੱਕ ਮਰਜ਼ੀ ਉਹਦੀ ਨਜ਼ਰ ਚੜਾ ਲਈਏ। ਲੇਕਿਨ ਇਹ ਚੀਜ਼ਾਂ ਸਾਨੂੰ ਕਦੋਂ ਤੱਕ ਯਾਦ ਰਹਿੰਦੀਆਂ? ਜਿੰਨੀ ਦੇਰ ਅਸੀਂ ਸਤਸੰਗ ਸੁਣਦੇ ਹਾਂ, ਜਿੰਨੀ ਦੇਰ ਅਸੀਂ ਉਹ ਬਾਣੀ ਸੁਣ ਰਹੇ ਹੁੰਦੇ ਹਾਂ, ਉਨੀ ਦੇਰ ਵਾਸਤੇ ਸਾਨੂੰ ਲੱਗਦਾ ਹੈ ਕਿ ਠੀਕ ਹੈ ਵੀ ਇਹ ਗੱਲ ਠੀਕ ਹੈ। ਲੇਕਿਨ ਇਹ ਨਹੀਂ ਕਿ ਭਾਵੇਂ ਇਹ ਸਿਰਫ ਲੋਕਾਂ ਵਾਸਤੇ ਹੈ। ਕਈ ਵਾਰੀ ਅਸੀਂ ਸੋਚਦੇ ਹਾਂ ਜਦੋਂ ਕੋਈ ਐਸਾ ਵਚਨ ਸੁਣਦੇ ਹਾਂ ਤਾਂ ਸਾਡੀ ਨਜ਼ਰ ਆਪਣੇ ਵੱਲ ਨਹੀਂ ਜਾਂਦੀ, ਆਪਣੇ ਵੱਲ ਨਜ਼ਰ ਨਾ ਜਾ ਕੇ ਸਗੋਂ ਦੂਸਰੇ ਵੱਲ ਨਜ਼ਰ ਜਾਂਦੀ। ਹਾਂ, ਉਹ ਤੇ ਦੇਖੋ ਮਤਲਬ ਨਾਲ ਹੀ ਚੱਲਦਾ ਹੈ। ਉਹ ਫਲਾਣਾ ਬੰਦਾ ਜਿਹੜਾ ਵਾ ਉਹਦੇ ਮਤਲਬ ਕਰਕੇ ਰਿਸ਼ਤੇ ਲਵਾਉਂਦਾ ਹੈ। ਬਈ ਇਹ ਕਿਸੇ ਦੀ ਗੱਲ ਨਹੀਂ, ਸਾਡੀ ਸਾਰਿਆਂ ਦੀ ਆਪਣੀ ਗੱਲ ਹੈ। ਜਿਸ ਤਰ੍ਹਾਂ ਕੋਈ ਸਾਡੇ ਨਾਲ ਚੱਲ ਰਿਹਾ ਹੈ, ਅਸੀਂ ਵੀ ਉਸੇ ਤਰ੍ਹਾਂ ਹੀ ਦੁਨੀਆ ਨਾਲ ਚੱਲ ਰਹੇ ਹਾਂ। ਠੀਕ ਹੈ, ਸਾਧੂ ਕਹਾਉਂਦੇ ਕਿ ਭਗਤ ਕਰੇ ਕੋਈ ਸੂਰਮਾ। ਜਿਹੜੀ ਭਗਤੀ ਦੀ ਗੱਲ ਹੈ ਕਿ ਜਿਹੜਾ ਉਹਨਾਂ ਨੇ ਕਿਹਾ ਕਿ ਇਹਨਾਂ ਮਤਲਬਾਂ ਤੋਂ ਉੱਠ ਕੇ, ਲੋਭ ਲਾਲਚ ਤੋਂ ਉੱਠ ਕੇ ਭਗਤੀ ਕਰੋ ਜਾਂ ਸੇਵਾ ਕਰੋ, ਉਹ ਜਿਹੜੀ ਤੇ ਇੱਕ ਅਲੱਗ ਗੱਲ ਹੈ। ਲੇਕਿਨ ਸਾਡਾ ਰਿਸ਼ਤਾ ਜਿਹੜਾ ਹੈ ਸਿਰਫ ਇੱਥੋਂ ਤੱਕ ਹੋ ਗਿਆ। ਇੱਥੋਂ ਤੱਕ ਇਹ ਰਿਸ਼ਤਾ ਸਮਝਦੇ ਹਾਂ ਕਿ ਜਦੋਂ ਤੱਕ ਸਾਡਾ ਕਿਸੇ ਨਾਲ ਕੋਈ ਕੰਮ ਹੈ, ਜਦੋਂ ਤੱਕ ਸਾਡਾ ਮਤਲਬ ਹੈਗਾ ਹੈ, ਉਦੋਂ ਤੱਕ ਤੇ ਰਿਸ਼ਤਾ ਬਣਿਆ ਉਹਦੇ ਨਾਲ। ਜਦੋਂ ਰਿਸ਼ਤਾ ਕੰਮ ਨਿਕਲ ਗਿਆ ਫਿਰ ਉਹਦੇ ਨਾਲ ਕੋਈ ਰਿਸ਼ਤਾ ਨਹੀਂ। ਤੇ ਉਹਨੇ ਫਰਮਾਇਆ ਕਿ ਤੇਰੀਆ ਸੁੱਚ ਧੁਨ ਤਨ ਧਾਮ ਬੜਾਈ, ਇਹ ਸੁੱਖ ਫਿਰ ਦੁੱਖ ਮੋਲ ਦਿਖਾਈ, ਕਿ ਇਹੋ ਹੀ ਫਿਰ ਦੁੱਖਾਂ ਦੇ ਵਿੱਚ ਮਿਲ ਜਾਂਦਾ ਹੈ। ਜਿਹੜੇ ਮੈਂ ਗੱਲ ਕਰ ਰਿਹਾ ਸੀ ਕਿ ਇਹ ਡਿਊਟੀਆਂ ਛੱਡਣੀਆਂ ਨਹੀਂ, ਕੋਈ ਬੱਚਿਆਂ ਨੂੰ ਨਹੀਂ ਛੱਡ ਦੇਣਾ ਜਾਂ ਕੋਈ ਕੰਮ ਕਾਰ ਨਹੀਂ ਛੱਡ ਦੇਣੇ, ਸਾਰੇ ਕਰਨੇ ਨੇ। ਪਰ ਕਿਸ ਤਰ੍ਹਾਂ ਕਰਨੇ? ਗੁਰੂ ਦਾ ਸਮਝ ਕੇ ਕਰਨੇ, ਡਿਊਟੀਆਂ ਸਮਝ ਕੇ ਕਰਨੀਆਂ। ਜਿਸ ਤਰ੍ਹਾਂ ਉਹਨਾਂ ਨੇ ਸੁਣਾਇਆ ਕਿ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਰਹਿਣਾ, ਕਹਿੰਦਾ ਜੈਸੇ ਜਲ ਮੇ ਕਮਲ ਨਿਰਾਲਾ, ਮੁਰਗਾ ਹੀ ਨਿਸ਼ਾਨੀ। ਕਮਲ ਦਾ ਫੁੱਲ ਚਿੱਕੜ ਦੇ ਵਿੱਚ ਰਹਿੰਦਾ, ਜੜ੍ਹਾਂ ਉਹਦੀਆਂ ਚਿੱਕੜ ਦੇ ਵਿੱਚ ਹੁੰਦੀਆਂ, ਪਾਣੀ ਦੇ ਵਿੱਚ ਹੁੰਦੀਆਂ ਨੇ, ਪਰ ਫੁੱਲ ਜਿਹੜਾ ਹੈ ਉਹ ਪਾਣੀ ਤੋਂ ਵੱਖਰਾ ਰਹਿੰਦਾ। ਚਿੱਕੜ ਦਾ ਉੱਤੇ ਅਸਰ ਨਹੀਂ ਹੁੰਦਾ। ਜਿੰਨਾ ਜਿੰਨਾ ਉੱਪਰ ਪਾਣੀ ਵੱਧਦਾ, ਚਿੱਕੜ ਵੱਧਦਾ, ਉਹਨਾਂ ਉਹਨਾਂ ਫੁੱਲ ਜਿਹੜਾ ਦੂਰੀ ਬਣਾਈ ਜਾਂਦਾ ਉਹਦੇ ਤੋਂ। ਇਸੇ ਤਰ੍ਹਾਂ ਅਸੀਂ ਵੀ ਦੁਨੀਆ ਦੇ ਵਿੱਚ ਰਹਿਣਾ ਹੈ, ਘਰਾਂ ਦੇ ਵਿੱਚ ਵੀ ਰਹਿਣਾ ਹੈ, ਰਿਸ਼ਤੇ ਨਾਤਿਆਂ ਦੇ ਵਿੱਚ ਵੀ ਰਹਿਣਾ ਹੈ। ਰਿਸ਼ਤੇ ਨਾਤਿਆਂ ਨਾਲ ਆਪਣੀ ਡਿਊਟੀਆਂ ਪੂਰੀਆਂ ਕਰਨੀਆਂ ਨੇ, ਪਰ ਉਹਦੇ ਵਿੱਚ ਆਪਣਾ ਜੁੜਨ ਨਹੀਂ ਜਾਣਾ। ਜੁੜਨਾ ਕਿਸ ਤਰ੍ਹਾਂ ਕਿ ਜਦੋਂ ਜੁੜਦੇ ਆ, ਜੁੜਾਂਗੇ ਕਿੱਦਾਂ? ਜਿਵੇਂ ਫਸ ਕੇ ਚੱਕਰ 'ਚ ਫਸ ਕੇ। ਕਿਉਂਕਿ ਸਾਨੂੰ ਸਭ ਨੂੰ ਲੱਗਦਾ ਹੈ ਕਿ ਬਈ ਮੇਰਾ ਦਾਇਰਾ ਬਸ ਇੰਨਾ ਹੀ। ਜਦੋਂ ਉਹਨਾਂ ਦਾ ਦਾਇਰਾ ਹੈ ਤੇ ਉਹਦੇ ਵਿੱਚ ਦੁੱਖ ਨੇ ਲੱਭ ਹੀ ਲੈਣਾ ਹੈ। ਪਰਮਾਤਮਾ ਨੇ ਕਿੱਡਾ ਵੱਡਾ ਦਾਇਰਾ ਬਣਾਇਆ। ਇਸੇ ਕਰਕੇ ਜਿਹੜੇ ਸੰਤ ਮਹਾਤਮਾ ਉਹਨਾਂ ਨੇ ਇਹ ਨਹੀਂ ਕਿਹਾ ਕਿ ਆਹ ਮੇਰਾ ਮੇਰਾ, ਉਹ ਕਹਿੰਦੇ ਕਿ ਸਾਰਾ ਜਗਤ ਹੀ ਮੇਰਾ, ਸਾਰਾ ਕੁਛ ਹੀ ਮੇਰਾ ਹੀ। ਅਸੀਂ ਆਪਣਾ ਦਾਇਰੇ ਜਿਹੜੇ ਛੋਟੇ ਛੋਟੇ ਜਿਹੇ ਬਣਾ ਲੈਂਦੇ ਹਾਂ ਤੇ ਫਿਰ ਅਸੀਂ ਦੁਖੀ ਰਹਿੰਦੇ ਹਾਂ। ਹਾਂਜੀ, ਤੇਰੀ ਆਸੋਤ ਤਨ ਤਾਮ ਬੜਾਈ, ਜੇ ਸੁਖ ਫਿਰ ਦੁਖ ਮੂਲ ਦਿਖਾਏ, या से बचो गहो गुर सरना, सत संग में तुम बैठो जाए। ਹੁਣ ਜਿਹੜਾ ਪਹਿਲਾ ਸਤਿਗੁਰਾਂ ਦਾ ਬਚਨ ਸੀ, ਕਰੋ ਨਹੀਂ ਕੋਈ ਸਤਸੰਗ ਆ ਜਾਣਾ ਹੈ। ਹੁਣ ਉਹ ਸਤਸੰਗ ਦੀ ਗੱਲ ਫੇਰ ਆ ਰਹੀ ਹੈ। ਫਰਮਾ ਰਹੇ ਨੇ ਕਿ ਯਾ ਸੇ ਬਚੋ ਗਹੋ ਗੁਰੂ ਸਰਨਾ। ਕਹਿੰਦੇ ਜੇ ਇਹਨਾਂ ਤੋਂ ਬਚਣਾ ਚਾਹੁੰਦੇ ਆ ਸਾਰੀਆਂ ਚੀਜ਼ਾਂ ਤੋਂ, ਕਿ ਮੋਹ ਮਾਇਆ ਜਿਹੜੀ ਹੈ ਜਾਂ ਬਾਹਰ ਦਾ ਜਾਲ ਹੈ, ਜਿੰਨੇ ਵੀ ਇਹ ਕਾਮ ਕ੍ਰੋਧ ਹੰਕਾਰ ਜਿਹੜਾ ਜੋ ਵੀ ਜਾਲ ਨੇ, ਜੇ ਇਹਨਾਂ ਤੋਂ ਅਸੀਂ ਬਚਣਾ ਚਾਹੁੰਦੇ ਆ ਤੇ ਫਿਰ ਉਹ ਫਰਮਾਉਂਦੇ ਨੇ ਕਿ ਯਾ ਸੇ ਬਚੋ ਗਹੋ ਗੁਰੂ ਸਰਨਾ। ਫਿਰ ਗੁਰੂ ਦੀ ਸ਼ਰਨ 'ਚ ਚਲੇ ਜਾਓ। ਸ਼ਰਨ ਦੇ ਵਿੱਚ ਜਾਣਾ ਕੀ ਹੈ? ਕਈ ਵਾਰੀ ਦੱਸਿਆ ਹੈ ਕਿ ਸ਼ਰਨ ਦੇ ਵਿੱਚ ਇਹ ਨਹੀਂ ਹੈ ਕਿ ਜਿਸ ਤਰ੍ਹਾਂ ਅਸੀਂ ਆ ਕੇ ਬੈਠ ਗਏ ਤੇ ਅਸੀਂ ਗੁਰੂ ਦੀ ਸ਼ਰਨ 'ਚ ਆ ਗਏ। ਅਸੀਂ ਕਿਤੇ ਗੁਰਦੁਆਰੇ ਜਾ ਕੇ ਸਿਰ ਝੁਕਾ ਦਿੱਤਾ ਤੇ ਅਸੀਂ ਕਹਿੰਦੇ ਅਸੀਂ ਗੁਰੂ ਦੀ ਸ਼ਰਨ 'ਚ ਚਲੇ ਗਏ। ਇਹ ਸ਼ਰਨ ਨਹੀਂ ਹੈਗੀ।
ਦਿਲੋਂ ਆਪਣੇ ਹਿਰਦੇ ਤੋਂ ਸ਼ਰਨ 'ਚ ਜਾਣਾ ਹੈ ਕਿ ਸਾਰੇ ਬਲ ਛੱਡ ਕੇ, ਸਾਰੇ ਜਿਹੜੇ ਆ ਹੰਕਾਰ ਛੱਡ ਕੇ, ਸਾਰੀਆਂ ਚਤਰਾਈਆਂ ਇੱਕ ਸਾਈਡ ਤੇ ਛੱਡ ਕੇ ਆਪਣੇ ਆਪ ਨੂੰ ਬਲਹੀਨ ਜਾਣ ਕੇ ਕਿ ਮੇਰੇ 'ਚ ਕੋਈ ਤਾਕਤ ਨਹੀਂ ਹੈ, ਮੇਰੇ 'ਚ ਹੁਣ ਕੋਈ ਵੀ ਸਿਆਣਪ ਨਹੀਂ ਹੈ, ਮੇਰਾ ਹੁਣ ਕੁਝ ਵੀ ਆਪਣਾ ਨਹੀਂ ਹੈ। ਮੇਰਾ ਜਦੋਂ ਕਹੋ ਸ਼ਰਨ ਦੇ ਵਿੱਚ ਕਦੋਂ ਜਾਂਦੇ ਸੀ, ਜਿਸ ਤਰ੍ਹਾਂ ਅਸੀਂ ਪਿੱਛੇ ਕਹਾਣੀਆਂ ਸੁਣਦੇ ਹੁੰਦੇ ਸੀ ਤੇ ਇੱਕ ਰਾਜਾ ਦੂਸਰੇ ਰਾਜੇ ਨਾਲ ਲੜਾਈ ਲੜਦਾ ਹੈ। ਜਦੋਂ ਉਹ ਰਾਜਾ ਹਾਰ ਜਾਂਦਾ ਸੀ, ਜਦੋਂ ਦੇਖਦਾ ਸੀ ਕਿ ਸੈਨਾ ਸਾਰੀ ਜਿਹੜੀ ਹੈ ਖਤਮ ਹੋ ਗਈ ਹੈ, ਕੋਈ ਹੁਣ ਮੇਰਾ ਕੋਈ ਸੈਨਿਕ ਨਹੀਂ ਰਿਹਾ, ਕੋਈ ਮੇਰਾ ਕੋਈ ਆਪਣਾ ਨਹੀਂ ਰਿਹਾ ਜਿਹੜਾ ਮੇਰੀ ਮਦਦ ਕਰ ਸਕਦਾ ਹੈ, ਤੇ ਉਹ ਵੇਖਦਾ ਹੈ ਕਿ ਹੁਣ ਤੇ ਮੇਰੀ ਵਾਰੀ ਹੈ, ਹੁਣ ਤਾਂ ਮੈਂ ਵੀ ਖਤਮ ਹੋ ਜਾਵਾਂਗਾ। ਉਦੋਂ ਉਹ ਦੂਜੇ ਰਾਜੇ ਦੀ ਸ਼ਰਨ 'ਚ ਚਲਾ ਜਾਂਦਾ ਸੀ, ਜਾ ਕੇ ਉਹਦੇ ਪੈਰਾਂ 'ਚ ਬੈਠ ਕੇ ਆਪਣੇ ਹਥਿਆਰ, ਜੋ ਵੀ ਉਹਦਾ ਹਥਿਆਰ ਦਾ ਮਤਲਬ ਕਿ ਜਿਹਦੇ ਤੇ ਉਹਨੂੰ ਮਾਣ ਹੁੰਦਾ ਹੈ, ਕਿਰਪਾਨ ਹੋਵੇ, ਕੋਈ ਰਫਲ ਹੋਵੇ, ਕੁਝ ਵੀ ਹੁੰਦੀ ਸੀ, ਉਹਨੂੰ ਜਾ ਕੇ ਇਸ ਤਰ੍ਹਾਂ ਦੋਨਾਂ ਹੱਥਾਂ ਨਾਲ ਉਹਦੇ ਚਰਨਾਂ 'ਚੋਂ ਭੇਟ ਕਰ ਦਿੰਦਾ ਸੀ ਤੇ ਹੱਥ ਜੋੜ ਕੇ ਨਮਸਕਾਰ ਕਰ ਦਿੰਦਾ ਸੀ ਕਿ ਮੈਂ ਤੁਹਾਡੀ ਸ਼ਰਨ ਦੇ ਵਿੱਚ, ਮੈਂ ਆਪਣੇ ਵੱਲ ਹਾਰ ਦਿੱਤੇ। ਜਦੋਂ ਸਾਰੀਆਂ ਚੀਜ਼ਾਂ ਹਾਰੀਆਂ ਫਿਰ ਉਹ ਸ਼ਰਨ ਹੁੰਦੀ। ਜਦੋਂ ਤੱਕ ਆਪਣੇ ਅੰਦਰ ਜੇ ਕੋਈ ਚਤਰਾਈਆਂ ਚੱਲ ਰਹੀਆਂ ਨੇ, ਜਦੋਂ ਤੱਕ ਸਾਡੇ ਅੰਦਰ ਸਾਨੂੰ ਮਾਣ ਹੈ ਅਜੇ ਕਈਆਂ ਤੇ ਕਿ ਬਈ ਇਹ ਮੇਰਾ ਆਪਣਾ ਦੇਖਾਂਗੇ, ਉਹ ਦੇਖਾਂਗੇ, ਉਦੋਂ ਤੱਕ ਅਸੀਂ ਸ਼ਰਨ 'ਚ ਕਦੇ ਗਏ ਨਹੀਂ। ਤੇ ਸੰਭਾਲ ਕਿਹਦੀ ਹੁੰਦੀ ਹੈ? ਸੰਭਾਲ ਉਹਨੇ ਕਿਹਾ ਸ਼ਰਨ ਮੈਂ ਆ ਜਾ ਨਿਹੂ ਸੰਭਾਲ। ਜਿਹੜਾ ਜੀਵ ਉਹਦੀ ਸ਼ਰਨ 'ਚ ਸੱਚੇ ਮਨ ਨਾਲ ਚਲਾ ਜਾਂਦਾ ਹੈ, ਉਹਦੀ ਸੰਭਾਲ ਕਰਦੇ, ਕਦੀ ਛੱਡਦੇ ਨਹੀਂ, ਕੋਈ ਮੈਲਾ ਨਹੀਂ ਦੇਖਦੇ, ਕੁਛ ਨਹੀਂ ਕਰਦੇ। ਜਿੰਨਾ ਮਰਜ਼ੀ ਮੈਲਾ ਨਾਲ ਭਰਿਆ ਹੋਵੇ, ਜਿੰਨਾ ਮਰਜ਼ੀ ਗੁਨਾਹੀ ਹੋਵੇ, ਪਰ ਜਦੋਂ ਸੱਚੇ ਮਨ ਦੇ ਨਾਲ ਉਹਦੀ ਸ਼ਰਨ 'ਚ ਚਲਾ ਜਾਂਦਾ ਹੈ, ਉਹ ਕਬੂਲ ਕਰਦਾ ਹੈ। ਤੇ ਇਸ ਕਰਕੇ ਫਰਮਾਇਆ ਯਾਦ ਸੇ ਬਚੋ ਕਹੋ ਗੁਰੂ ਸ਼ਰਨਾ, ਸਤਸੰਗ ਮੇਂ ਤੁਮ ਬੈਠੋ ਜਾਏ। ਸੱਚੇ ਮਨ ਦੇ ਨਾਲ ਕਹਿੰਦੇ ਉਹ ਸਤਸੰਗ ਦੇ ਵਿੱਚ ਜਾ ਕੇ ਬੈਠੋ, ਆਪਣਾ ਆਪ ਸਭ ਕੁਝ ਛੱਡ ਕੇ ਫਿਰ ਸਤਸੰਗ ਦੇ ਵਿੱਚ ਜਾਓ। ਜੇ ਸਤਸੰਗ ਦੇ ਵਿੱਚ ਵੀ ਆਪਣੀ ਬੁੱਧ ਲੈ ਕੇ ਬੈਠੇ ਆ, ਆਪਣਾ ਦਿਮਾਗ ਲੈ ਕੇ ਬੈਠੇ ਆ, ਆਪਣੀ ਪੜ੍ਹਾਈ ਲਿਖਾਈ, ਆਪਣੀ ਚਲਾਕੀਆਂ ਚਤਰਾਈਆਂ, ਤੇ ਫਿਰ ਸਤਸੰਗ ਕਾਹਦਾ? ਫਿਰ ਤੇ ਅਸੀਂ ਆਪਣੀ ਬੁੱਧੀ ਨਾਲ ਚੱਲ ਰਹੇ ਹਾਂ, ਫਿਰ ਤੇ ਅਸੀਂ ਆਪਣੀ ਦਿਮਾਗ ਨਾਲ ਚੱਲ ਰਹੇ ਹਾਂ। ਕਿਉਂਕਿ ਕੋਈ ਵੀ ਵਚਨ, ਕੋਈ ਗੁਰੂ ਦਾ ਕੋਈ ਸੁਣਦੇ ਆ ਤੇ ਮਨ ਉਸੇ ਵੇਲੇ ਨਾਲ ਹਿਸਾਬ ਕਿਤਾਬ ਲਾਉਣੇ ਸ਼ੁਰੂ ਕਰ ਦਿੰਦਾ ਹੈ। ਇਹ ਸ਼ਰਨ ਕਿਸ ਤਰ੍ਹਾਂ ਹੋ ਗਈ? ਗੁਰੂ ਮਹਾਰਾਜ ਨੇ ਫਰਮਾਉਣਾ ਕਿ ਦੂਸਰੀ ਪਾਤਸ਼ਾਹੀ, ਜਿਸ ਤਰ੍ਹਾਂ ਤੀਸਰੀ ਚੌਥੀ ਪਾਤਸ਼ਾਹੀ ਆਪਣੇ ਆਪਣੇ ਗੁਰੂ ਦੀ ਸੇਵਾ ਦੇ ਵਿੱਚ ਰਹੇ, ਤੇ ਜੋ ਉਹਨਾਂ ਨੇ ਕਿਹਾ, ਦਿਨ ਨੂੰ ਰਾਤ ਕਿਹਾ ਤੇ ਜੀ ਰਾਤ ਹੈ। ਇਹ ਨਹੀਂ ਸੀ ਉਹਨਾਂ ਦੇ ਅੱਖਾਂ ਨੇ ਸੂਰਜ ਦਿਸਿਆ ਹੀ, ਬਾਅਦ ਚ ਦਿਸਦਾ ਹੀ ਚੱਲਿਆ। ਪਰ ਜੇ ਸਤਿਗੁਰਾਂ ਨੇ ਫਰਮਾਇਆ ਕਿ ਰਾਤ ਹੈ ਤੇ ਰਾਤ ਹੈ, ਜੇ ਉਹਨਾਂ ਨੇ ਕਿਹਾ ਦਿਨ ਹੈ, ਰਾਤ ਨੂੰ ਕਿਹਾ ਕਿ ਦਿਨ ਹੈ, ਤੇ ਹਾਂਜੀ ਬਈ ਦਿਨ ਹੈ। ਜਦੋਂ ਤੱਕ ਸਾਡਾ ਇੰਨਾ ਭਰੋਸਾ ਨਹੀਂ ਬਣਦਾ, ਜਦੋਂ ਤੱਕ ਅਸੀਂ ਇਸ ਤਰ੍ਹਾਂ ਬਚਨ, ਹਰ ਇੱਕ ਬਚਨ ਤੇ ਉਹਨਾਂ ਦੇ ਸਤ ਵਚਨ ਨਹੀਂ ਕਰਦੇ, ਉਦੋਂ ਤੱਕ ਅਸੀਂ ਸ਼ਰਨ ਦੇ ਵਿੱਚ ਨਹੀਂ। ਔਰ ਜਦੋਂ ਤੱਕ ਸ਼ਰਨ 'ਚ ਨਹੀਂ ਆ, ਉਦੋਂ ਤੱਕ ਸੰਭਾਲ ਕਿਸ ਤਰ੍ਹਾਂ? ਅਸੀਂ ਕਹਿੰਦੇ ਹਾਂ ਅਸੀਂ ਫਲਾਣੇ ਨੂੰ ਵੀ ਮੰਨਿਆ, ਅਸੀਂ ਫਲਾਣੇ ਨੂੰ ਵੀ ਮੰਨਿਆ, ਅਸੀਂ ਉੱਥੇ ਵੀ ਗਏ, ਅਸੀਂ ਉੱਥੇ ਵੀ ਮੱਥਾ ਟੇਕਿਆ, ਸਾਡਾ ਕੁਝ ਬਣਿਆ ਨਹੀਂ। ਦੇਖਦੇ ਹਾਂ ਦੁਨੀਆ ਨੂੰ, ਸਾਰੀ ਦੁਨੀਆ ਨੂੰ ਦੇਖਦੇ ਹਾਂ, ਕੋਈ ਕਿਤੇ ਜਾਂਦਾ ਹੈ, ਕੋਈ ਕਿਤੇ ਜਾਂਦਾ ਹੈ, ਕੋਈ ਉਹਦੇ ਵਿੱਚ ਹੁੰਦੇ ਨੇ, ਜਿਸ ਤਰ੍ਹਾਂ ਕਲਾਸ ਦੇ ਵਿੱਚ ਬੱਚੇ ਹੁੰਦੇ ਨੇ, ਕਈ ਪਾਸ ਹੁੰਦੇ ਆ, ਕਈ ਫੇਲ ਹੁੰਦੇ ਆ, ਕਈ ਫਸਟ ਡਿਵੀਜ਼ਨ ਲੈ ਕੇ ਵੀ ਨਿਕਲ ਜਾਂਦੇ ਨੇ। ਪਰ ਜਿਹੜਾ ਨਲਾਇਕ ਹੁੰਦਾ, ਜਿਹੜਾ ਜਿਹਨੇ ਪੜ੍ਹਾਈ ਕਦੀ ਕਰਨੀ ਨਹੀਂ, ਮਾਸਟਰ ਦੀ ਸੁਣਨੀ ਨਹੀਂ, ਉਹ ਸਕੂਲ ਬਦਲੀ ਜਾਂਦਾ ਹੈ, ਕਹਿੰਦਾ ਹੈ ਮੈਨੂੰ ਤੇ ਮੈਂ ਤਾਂ ਉਹ ਸਕੂਲ 'ਚ ਵੀ ਦੇਖਿਆ ਪੜ੍ਹਾਈ ਉੱਥੇ ਵੀ ਨਹੀਂ ਹੈਗੀ, ਫਲਾਣੇ ਸਕੂਲ 'ਚ ਵੀ ਗਿਆ, ਉੱਥੇ ਵੀ ਪੜ੍ਹਾਈ ਨਹੀਂ ਹੈਗੀ। ਇਹ ਪੜ੍ਹਾਈ ਹੈਗੀ, ਅਸੀਂ ਪੜ੍ਹਨਾ ਜਦੋਂ ਸਟਾਰਟ ਕਰਾਂਗੇ ਉਦੋਂ ਪਤਾ ਲੱਗੇਗਾ। ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਜਾਵਾਂਗੇ, ਜਦੋਂ ਗੁਰੂ ਦੀ ਅਸੀਂ ਮੰਨਾਂਗੇ, ਆਪਣੇ ਬਲ ਉਹਦੇ ਤੇ ਹਾਰ ਜਾਵਾਂਗੇ, ਉਹਦੇ ਮਗਰ ਅਸੀਂ ਤੁਰਨਾ ਸਟਾਰਟ ਹੋ ਜਾਵਾਂਗੇ, ਤੇ ਫਿਰ ਬਈ ਉਹ ਸੰਭਾਲ ਹੁੰਦੀ। ਇਸ ਕਰਕੇ ਮੈਂ ਫਰਮਾਇਆ ਕਿ ਜਾਨ ਸੇ ਬਚੋ ਗਹੋ ਗੁਰੂ ਸ਼ਰਨਾ, ਸਤਸੰਗ ਮੇਂ ਤੁਮ ਬੈਠੋ ਜਾਏ। ਸਤਸੰਗ ਦੇ ਵਿੱਚ ਉਹਦੇ ਫਿਰ ਬੈਠ ਕੇ ਪਰਦੇ ਲੱਥਦੇ ਨੇ। ਇਹਨੂੰ ਪਤਾ ਲੱਗਦਾ, ਜਿਹੜਾ ਪਿੱਛੇ ਵਚਨ ਆਏ ਸਤਿਗੁਰੂ ਕਿ ਤੇਰੀਆ ਸੁਤ ਧਨ ਨਾਮ ਬੜਾਈ, ਇਹ ਸੁਖ ਫਿਰ ਦੁੱਖ ਮੂਲ ਦਿਖਾਏ, ਇਹ ਜਿੰਨੇ ਵੀ ਪਿੱਛੇ ਪੜਦੇ ਜਿਹੜੇ ਦੱਸੇ ਉਹਨਾਂ ਨੇ, ਇਹ ਫਿਰ ਸਤਸੰਗ ਦੇ ਵਿੱਚ ਲਾਤੇ। ਫਿਰ ਪਤਾ ਚੱਲਦਾ ਹੈ ਕਿ ਵੀ ਅਸੀਂ ਹੈ ਕੀ ਹੈ। ਅਜੇ ਤੇ ਆਪਣੇ ਆਪ ਨੂੰ ਸਰੀਰ ਸਮਝੀ ਬੈਠਾ ਹੈ, ਅਜੇ ਤੇ ਇਹੋ ਹੀ ਸਮਝਦਾ ਹੈ ਕਿ ਫਲਾਣੇ ਦਾ ਪੁੱਤ, ਫਲਾਣੇ ਦੀ ਧੀ, ਫਲਾਣੇ ਦਾ ਪਤੀ, ਫਲਾਣੇ ਦੀ ਪਤਨੀ, ਫਲਾਣੇ ਦਾ ਪਿਓ, ਫਲਾਣੇ ਦਾ ਬੱਚਾ, ਇਹੋ ਹੀ ਚੀਜ਼ ਸਮਝੀ ਫਿਰਦਾ ਹੈ। ਪਰ ਜਦੋਂ ਇਹਨੂੰ ਸਤਸੰਗ ਦੇ ਵਿੱਚ ਜਾ ਕੇ ਇਹਨੂੰ ਫਿਰ ਗਿਆਨ ਹੁੰਦਾ ਹੈ, ਇਹਨੂੰ ਪਤਾ ਚੱਲਦਾ ਹੈ ਕਿ ਮੈਂ ਤਾਂ ਬਈ ਅਸੁਰਤ ਹੈ। ਫਿਰ ਇਹਦੇ ਡਰ ਵੀ ਖਤਮ ਹੁੰਦੇ ਨੇ, ਫਿਰ ਇਹ ਵੀ ਇਹਦੇ ਡਰ ਦੂਰ ਹੋ ਜਾਂਦੇ ਨੇ ਕਿ ਜਨਮ ਮਰਨ ਦੇ, ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਜਿਹੜੀ ਸੁਰਤ ਹੈ ਉਹ ਤੇ ਨਾ ਕਦੀ ਜਨਮ ਲਿਆ, ਕਦੀ ਨਾਮ ਕਦੀ ਮਰੀ ਹੈ, ਉਹ ਤੇ ਬਈ ਅਮਰ ਹੈ। ਫਿਰ ਇਹ ਗੁਰੂ ਦੀ ਸ਼ਰਨ ਦੇ ਵਿੱਚ ਆਉਂਦਾ, ਫਿਰ ਇਹ ਬਹਿਕਾਵੇ 'ਚ ਨਹੀਂ ਆਉਂਦਾ, ਫਿਰ ਕਿਸੇ ਦਾ ਡਰ ਨਹੀਂ ਰੱਖਦਾ, ਹੋ ਜਾਂਦਾ ਹਮੇਸ਼ਾ ਫਿਰ ਗੁਰੂ ਗੁਰੂ ਕਰਦਾ ਹੈ।
ਜਿਨ੍ਹਾਂ ਦੀ ਅਸੀਂ ਬਾਣੀ ਪੜ੍ਹਦੇ ਹਾਂ, ਜਿਹੜੇ ਅਸੀਂ ਸਤਸੰਗ ਦੇ ਵਚਨ ਹੁੰਦੇ ਨੇ, ਇਸ ਤਰ੍ਹਾਂ ਪੰਜ ਪਾਤਸ਼ਾਹ ਕਰਾ ਕਿ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਜਿਹਾ ਮੈਂ ਨਾਹੀਂ ਹੋਰ, ਗੁਰੂ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਈ ਨਾ ਮੇਟੇ ਦਾਤ, ਗੁਰੂ ਪਰਮੇਸ਼ਵਰ ਏਕੋ ਜਾਣ, ਜੋ ਤਿਸ ਭਾਵੇ ਸੋ ਪ੍ਰਵਾਨ। ਉਹ ਜਿਹੜਾ ਕਿਹਾ, ਉਹਨਾਂ ਨੇ ਕਿਹਾ ਕਿ ਗੁਰੂ ਗੁਰੂ ਕਰ ਮਨ ਮੋਰ, ਉਹ ਫਿਰ ਮਨ ਆਪਣੇ ਆਪ ਹੀ ਜਦੋਂ ਇਹਨੂੰ ਆਪਣੇ ਅਸਲ ਤਸਵੀਰ ਸਾਹਮਣੇ ਦਿਸ ਪੈਂਦੀ ਹੈ, ਇਹਨੂੰ ਆਪਣਾ ਪਤਾ ਲੱਗ ਜਾਂਦਾ ਹੈ, ਤੇ ਫਿਰ ਇਹਨੂੰ ਜਦੋਂ ਆਪਣਾ ਪਤਾ ਲੱਗ ਗਿਆ ਤੇ ਫਿਰ ਗੁਰੂ ਦਾ ਵੀ ਪਤਾ ਲੱਗ ਗਿਆ। ਅਜੇ ਤੱਕ ਸਾਨੂੰ ਆਪਣਾ ਆਪ ਦਾ ਨਹੀਂ ਪਤਾ ਲੱਗਾ, ਤੇ ਗੁਰੂ ਦਾ ਅਸੀਂ ਪਤਾ ਕੀ ਕਰਾਂਗੇ। ਮੈਂ ਉਸ ਦਿਨ ਵੀ ਬੇਨਤੀ ਕੀਤੀ ਸੀ ਕਿ ਆਤਮਾ ਜਿਹੜੀ ਹੈ ਪਰਮਾਤਮਾ ਦੀ ਅੰਸ਼ ਹੈ, ਇਹ ਉਹਦੇ ਵਿੱਚੋਂ ਹੀ ਨਿਕਲੀ ਹੈ। ਜਦ ਇਹਨੂੰ ਆਤਮਾ ਦਾ ਪਤਾ ਲੱਗ ਗਿਆ ਤੇ ਫਿਰ ਪਰਮਾਤਮਾ ਦੂਰ ਹੋਈ। ਅਜੇ ਤੱਕ ਅਸੀਂ ਆਪਣੇ ਆਪ ਨੂੰ ਭੁੱਲੇ ਬੈਠੇ ਹਾਂ, ਇਸ ਕਰਕੇ ਸਾਨੂੰ ਦੁਨੀਆ 'ਚ ਕਿਸੇ ਚੀਜ਼ ਦੀ ਵੀ ਸਮਝ ਨਹੀਂ ਲੱਗਦੀ। ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਆਪ ਨੂੰ ਸਮਝਣਾ, ਜਦੋਂ ਉਹਨੂੰ ਆਪਣੇ ਆਪ ਦਾ ਪਤਾ ਲੱਗੇਗਾ ਤੇ ਸਾਰੇ ਰਸਤੇ ਜਿਹੜੇ ਖੁੱਲ ਜਾਣਗੇ। ਹਾਂਜੀ। या से बचोगा हो गुर सरना, सत संग में तुम बैठो जाए, ये सब खेल रैन का सुपना, मैं तुमको अब दिया जगाए, झूठी काया झूठी माया, झूठा मन जो राल बाए। कहते ने कि ये सब खेल रैन का सुपना, मैं तुमको अब दिया जगाए। जिस तरह ਅਸੀਂ ਸੁਪਨਾ ਦੇਖਦੇ ਆ ਰਾਤ ਨੂੰ, ਹਰ ਇੱਕ ਹੀ ਕੋਈ ਨਾ ਕੋਈ ਸੁਪਨਾ ਦੇਖਦਾ ਹੈ। ਉਹ ਜਿਹੜਾ ਸੁਪਨਾ ਅਸੀਂ ਦੇਖਦੇ ਆ, ਉਹਦੇ ਵਿੱਚ ਕੋਈ ਵੀ ਸਾਡੀ ਦਸ਼ਾ ਹੋਵੇ, ਚਾਹੇ ਅਸੀਂ ਕਿਤੇ ਉੱਚੀ ਬਿਲਡਿੰਗ ਤੋਂ ਡਿੱਗ ਕੇ ਲੱਤ ਟੁੱਟ ਗਈ ਹੋਵੇ, ਜਾਂ ਥੱਲਿਓਂ ਉੱਡ ਕੇ ਅਸੀਂ ਕਿਤੇ ਅਸਮਾਨ ਦੇ ਵਿੱਚ ਉੱਡਦੇ ਫਿਰਦੇ ਹੋਈਏ, ਜਾਂ ਅਸੀਂ ਬੜੇ ਅਮੀਰ ਆ ਤੇ ਸੁਪਨੇ ਦੇ ਵਿੱਚ ਬੜੇ ਗਰੀਬ ਹੋ ਗਏ ਆ, ਜੇ ਬੜੇ ਗਰੀਬ ਆ ਤੇ ਸੁਪਨੇ ਦੇ ਵਿੱਚ ਰਾਜੇ ਬਣ ਗਏ ਆ। ਉਹ ਕਿੰਨੀ ਦੇਰ ਵਾਸਤੇ ਹੁੰਦਾ ਹੈ? ਜਿੰਨੀ ਦੇਰ ਦਾ ਸੁਪਨਾ ਹੈ, ਚਾਹੇ ਉਹ ਸੁਪਨਾ ਅੱਧੇ ਘੰਟੇ ਦਾ ਹੈ, ਚਾਹੇ 2 ਘੰਟੇ ਦਾ ਹੈ, ਚਾਹੇ ਉਹ 4-5 ਘੰਟੇ ਦਾ ਜਾਂ 8 ਘੰਟੇ ਦਾ ਹੈ। ਉਹ ਸੁੱਖ ਉਹ ਦੁੱਖ ਉਹ ਸਾਰਾ ਉਨੀ ਦੇਰ ਵਾਸਤੇ ਹੀ ਹੈ ਜਿੰਨੀ ਦੇਰ ਵਾਸਤੇ ਉਹ ਸੁਪਨਾ ਚੱਲ ਰਿਹਾ ਸਾਡਾ। ਜਦੋਂ ਅਸੀਂ ਅੱਖਾਂ ਖੋਲਦੇ ਹਾਂ ਤੇ ਸੱਚਾਈ ਸਾਹਮਣੇ ਆ ਜਾਂਦੀ ਹੈ ਕਿ ਉਹ ਪਤਾ ਚੱਲ ਜਾਂਦਾ ਹੈ ਕਿ ਨਹੀਂ, ਇਹ ਤਾਂ ਸੁਪਨਾ ਸੀ। ਪਰ ਉਹਦੇ ਵਿੱਚ ਸੋਚ ਕੇ ਦੇਖੀਏ, ਚਾਹੇ ਕਿਸੇ ਤਰ੍ਹਾਂ ਦਾ ਵੀ ਹੋਵੇ, ਚਾਹੇ ਉਹਦੇ ਵਿੱਚ ਦੁਖੀ ਹਾਂ ਬਹੁਤ, ਅਸੀਂ ਕੋਈ ਦਰਦ ਨਾਲ ਕਰਾ ਰਹੇ ਹਾਂ ਬਹੁਤ, ਅਸੀਂ ਕਿਤੇ ਡਰੇ ਪਏ ਹਾਂ, ਕੋਈ ਸਾਨੂੰ ਇਸ ਤਰ੍ਹਾਂ ਬੜਾ ਡਰ ਲੱਗ ਰਿਹਾ ਹੈ, ਤੇ ਅਸੀਂ ਉੱਠ ਕੇ ਉਸ ਵੇਲੇ ਖੁਸ਼ ਹੋ ਜਾਂਦੇ, ਉਹ ਚਲੋ ਸੁਪਨਾ ਸੀ, ਬਚ ਗਏ। ਜੇ ਕੋਈ ਬਾਹਰੋਂ ਕੋਈ ਇਸੇ ਤਰ੍ਹਾਂ ਦਾ ਕੋਈ ਸਾਨੂੰ ਬੜੀ ਚੀਜ਼, ਕੋਈ ਖੁਸ਼ੀ ਵਾਲੀ ਮਿਲੀ ਹੋਵੇ, ਬੜਾ ਸਾਨੂੰ ਖਜ਼ਾਨਾ ਮਿਲ ਗਿਆ ਹੋਵੇ, ਤੇ ਬੜੇ ਖੁਸ਼ ਹੋਈਏ ਸੁਪਨੇ ਦੇ ਵਿੱਚ, ਜਦੋਂ ਉੱਠਦੇ ਹਾਂ ਤੇ ਉਸੇ ਵੇਲੇ ਅੰਦਰੋਂ ਤਾਂ ਪਛਤਾਉਣ ਲੱਗ ਪੈਂਦੇ, ਉਹ ਇੰਨਾ ਮਜ਼ਾ ਆ ਰਿਹਾ ਹੈ, ਖਜ਼ਾਨਾ ਮਿਲ ਗਿਆ, ਹੁਣ ਤੇ ਖਜ਼ਾਨਾ ਕਿੱਥੇ ਗਿਆ, ਉਦੋਂ ਦੁੱਖ ਹੋ ਜਾਂਦਾ। ਪਰ ਹੈ ਕਿ ਅਸੀਂ ਥੋੜੀ ਦੇਰ ਬਾਅਦ ਸਮਝ ਲੱਗ ਜਾਂਦਾ ਉਹ ਸੁਪਨਾ ਸੀ ਸਾਡਾ। ਸੁਪਨੇ ਦੇ ਵਿੱਚ ਅਸੀਂ ਖੁਸ਼ ਹੋਈ ਜਾਂਦੇ ਹਾਂ, ਸੁਪਨੇ ਦੇ ਵਿੱਚ ਅਸੀਂ ਦੁਖੀ ਹੋਈ ਜਾਂਦੇ ਹਾਂ, ਪਰ ਹੈ ਤਾਂ ਸੁਪਨਾ ਹੈ, ਉਹ ਤਾਂ ਟੁੱਟਣਾ ਹੀ ਟੁੱਟਣਾ। ਇਸ ਤਰ੍ਹਾਂ ਪਿੱਛੇ ਉਹਨਾਂ ਦਾ ਵਚਨ ਸਾਡੇ ਆਏ ਨੇ, ਉਹਦੇ ਵਿੱਚ ਉਹਨਾਂ ਨੇ ਉਸ ਝੂਠ ਬਾਰੇ ਦੱਸਿਆ ਕਿ ਜੋ ਅਸੀਂ ਦੇਖਦੇ ਪਏ ਹਾਂ ਸੱਚ ਨਹੀਂ ਕੁਛ ਹੈਗਾ। ਹੁਣ ਉਹਨਾਂ ਨੇ ਕਿਹਾ ਝੂਠੀ ਕਾਇਆ ਝੂਠੀ ਮਾਇਆ, ਝੂਠਾ ਮਨ ਜੋ ਰਾਹ ਲਵਾਏ। ਕਹਿੰਦੇ ਕਿ ਜੋ ਵੀ ਅਸੀਂ ਇਹ ਸੁਪਨਾ ਦੇਖਦੇ ਪਏ ਹਾਂ, ਉਹ ਚਾਹੇ ਕਾਇਆ ਦਾ ਚਾਹੇ ਮਾਇਆ ਦਾ, ਕਹਿੰਦੇ ਇਹ ਤੇ ਇੱਕ ਰਾਤ ਦਾ ਸੁਪਨਾ ਹੈ। ਇਹ ਤੇ ਮਨ ਸਾਨੂੰ ਜਿਹੜਾ ਜਿਸ ਤਰ੍ਹਾਂ ਇੱਕ ਲੁਭਾ ਰਿਹਾ ਹੈ ਝੂਠ ਦੇ ਵਿੱਚ, ਪਰ ਇਹ ਸੱਚਾਈ ਨਹੀਂ ਹੈਗੀ। ਇਹ ਸੁਪਨਾ ਕਿਸੇ ਦਾ, ਜਿਸ ਤਰ੍ਹਾਂ ਉਹ ਰਾਤ ਨੂੰ ਸੁੱਤਿਆਂ ਸੁਪਨਾ ਆਉਂਦਾ ਹੈ, ਕਿਸੇ ਦਾ 2-4 ਘੰਟੇ ਦਾ, ਕਿਸੇ ਦਾ 8 ਘੰਟੇ ਦਾ, ਕਿਸੇ ਦਾ ਕੋਈ 1 ਘੰਟੇ ਦਾ, ਇਸੇ ਤਰ੍ਹਾਂ ਹੀ ਜੀਵਨ ਦੇ ਵਿੱਚ ਇੱਕ ਸੁਪਨਾ ਸਭ ਦਾ ਚੱਲ ਰਿਹਾ ਹੈ। ਜਿੰਨੀ ਜਿੰਨੀ ਸਾਨੂੰ ਸਵਾਸ ਹੈ, ਜਿੰਨੀ ਜਿੰਨੀ ਉਮਰ ਹੈ, ਉਨੀ ਉਨੀ ਦੇਰ ਦਾ ਸੁਪਨਾ ਹੈ।
ਪਰ ਸਭ ਨੂੰ ਪਤਾ ਹੈ ਕਿ ਸੁਪਨਾ ਟੁੱਟਣਾ ਜ਼ਰੂਰ ਹੈ। ਜਦੋਂ ਸੁਪਨਾ ਟੁੱਟਦਾ ਹੈ ਉਦੋਂ ਬੰਦੇ ਨੂੰ ਦੇਖੋ ਕੋਈ ਕਿਸੇ ਚੀਜ਼ ਦਾ ਨਹੀਂ ਹੁੰਦਾ। ਉਦੋਂ ਬੰਦਾ ਸੋਚਦਾ ਹੈ ਕਿ ਦੇਖਦਾ ਕਿ ਬਈ ਆ ਕੀ ਮੈਂ ਕਰਦਾ ਰਿਹਾ ਸਾਰਾ। ਇਸ ਤਰ੍ਹਾਂ ਸਿਕੰਦਰ ਸੀ, ਸਾਰੀ ਉਮਰ ਉਹ ਲੜਾਈਆਂ ਲੜਦਾ ਰਿਹਾ, ਸਾਰੀ ਉਮਰ ਉਹਨੇ ਇੰਨੀ ਦੁਨੀਆ ਖਤਮ ਕਰ ਦਿੱਤੀ, ਕਿੰਨੇ ਜਿਹੜੀਆਂ ਸੀ ਔਰਤਾਂ ਵਿਧਵਾ ਹੋ ਗਈਆਂ, ਕਿੰਨੇ ਬੱਚੇ ਯਤੀਮ ਹੋ ਗਏ, ਯੁੱਧ ਹੀ ਕਰਦਾ ਰਿਹਾ ਕਿ ਮੈਂ ਦੁਨੀਆ ਜਿੱਤ ਲੈਣੀ, ਦੁਨੀਆ ਜਿੱਤ ਲੈਣੀ। ਲੇਕਿਨ ਜਦੋਂ ਐਂਡ ਦੇ ਉੱਤੇ ਸਾਰੀ ਦੁਨੀਆ ਜਿੱਤ ਕੇ ਵਾਪਸ ਆ ਰਿਹਾ ਸੀ ਤੇ ਆਪਣੇ ਮਾਂ ਨੂੰ ਮਿਲਣ ਵਾਸਤੇ ਥੋੜੀ ਦੂਰ ਰਹਿ ਗਿਆ ਸੀ, ਸਿਹਤ ਖਰਾਬ ਹੋ ਗਈ ਔਰ ਜ਼ੋਰ ਲਾ ਲਿਆ ਆਪਣਾ। ਹਕੀਮਾਂ ਨੂੰ ਕਹਿਣ ਲੱਗਾ ਕਿ ਮੈਂ ਤੁਹਾਨੂੰ ਇੰਨੀ ਦੌਲਤ ਦੇ ਦਾਂਗਾ, ਆਹ ਦੇ ਦਾਂਗਾ, ਮੈਨੂੰ ਥੋੜਾ ਜਿਹਾ ਟਾਈਮ ਜਿਹੜੇ ਮੇਰੇ ਸਵਾਸ ਵਧਾ ਦਿਓ। ਫਿਰ ਇਹਦੇ ਤੇ ਕਹਿਣ ਲੱਗਾ ਕਿ ਮੈਂ ਸਾਰਾ ਸੰਸਾਰ ਦੀ ਦੌਲਤ, ਸਾਰਾ ਸੰਸਾਰ ਹੀ ਜਿਹੜਾ ਜਿੱਤਿਆ ਮੈਂ ਦੇ ਦਾਂਗਾ, ਜਿੰਨੇ ਜੋ ਕੁਝ ਜਿੱਤਿਆ ਹੈ, ਪਰ ਮੈਨੂੰ ਥੋੜੀ ਜਿਹੀ ਟਾਈਮ ਦਿਵਾ ਦਿਓ। ਪਰ ਨਹੀਂ ਗਿਆ। ਫਿਰ ਉਹਨੇ ਐਂਡ ਦੇ ਉੱਤੇ ਗੱਲ ਕਿਹਾ ਆਪਣੇ ਵਜ਼ੀਰਾਂ ਨੂੰ ਬੁਲਾ ਕੇ ਕਿ ਬਈ ਜਦੋਂ ਮੈਨੂੰ ਬਾਹਰ ਖੜੋਗੇ ਤੇ ਬਈ ਮੇਰੇ ਹੱਥ ਵੀ ਮੇਰੇ ਜਿਹੜੇ ਬਾਹਰ ਰੱਖਣਾ। ਤੁਹਾਨੂੰ ਪਤਾ ਲੱਗ ਜੇ ਕਿ ਸਾਰੀ ਦੁਨੀਆ ਨੂੰ ਜਿੱਤਣ ਵਾਲਾ ਜਿਹੜਾ ਸਿਕੰਦਰ ਸੀ ਖਾਲੀ ਹੱਥੀ ਗਿਆ, ਕੁਛ ਨਾਲ ਲੈ ਕੇ ਨਹੀਂ ਗਿਆ। ਲੇਕਿਨ ਜਿੰਦਿਆਂ ਜੀ ਅੱਖਾਂ ਤੇ ਪਰਦਾ ਪਿਆ ਰਹਿੰਦਾ ਹੈ, ਇਹੋ ਹੀ ਲੱਗਦਾ ਹੈ ਕਿ ਆ ਵੀ ਮੇਰਾ, ਆ ਵੀ ਮੇਰਾ, ਆ ਵੀ ਮੇਰਾ। ਔਰ ਲੜਾਈਆਂ ਇਸੇ ਚੀਜ਼ਾਂ ਤੇ ਹੀ ਚੱਲਦੀਆਂ ਰਹਿੰਦੀਆਂ ਨੇ। ਇਹ ਦੇਹ ਨਾਲ ਜਿੰਨੇ ਵੀ ਨਾਤੇ ਜੁੜੇ ਨੇ, ਦੇਹ ਦੇ ਨਾਲ ਜੋ ਵੀ ਸਾਡੀਆਂ ਇਛਾਵਾਂ ਜੁੜੀਆਂ ਨੇ, ਇਹ ਕਦੋਂ ਤੱਕ ਹੈ? ਇਹ ਮਾਣ ਵਡਿਆਈਆਂ, ਇਹ ਬਾਹਰ ਦੀਆਂ ਜਿੰਨੀਆਂ ਚੀਜ਼ਾਂ, ਕੋਈ ਚੰਗਾ ਮਾੜਾ ਕੁਛ ਵੀ ਹੈ, ਇਹ ਕੀ ਹੈਗਾ? ਕੀ ਇਹ ਉਦੋਂ ਤੱਕ ਹੀ ਹੈ ਜਦੋਂ ਤੱਕ ਸੁਪਨਾ ਚੱਲ ਰਿਹਾ। ਬਾਅਦ ਚ ਬੰਦਾ ਕੋਈ ਕਿਸੇ ਨੂੰ ਕੋਈ ਮਾੜਾ ਨਹੀਂ ਕਹਿਣ ਗਿਆ, ਕੋਈ ਚੰਗਾ ਨਹੀਂ ਕਹਿਣ ਗਿਆ। ਜੋ ਇੱਕ ਬੰਦਾ ਜਦੋਂ ਤੱਕ ਹੈਗਾ ਉਦੋਂ ਤੱਕ ਹੀ ਉਹਨੂੰ ਚੰਗਾ ਲੱਗ ਰਿਹਾ, ਉਦੋਂ ਤੱਕ ਹੀ ਉਹਨੂੰ ਮਾੜਾ ਲੱਗ ਰਿਹਾ। ਬਾਣੀ ਚ ਫਰਮਾਇਆ ਕਿ ਕੂੜ ਰਾਜਾ ਕੂੜ ਪ੍ਰਜਾ। ਹੁਣ ਕਹਿੰਦੇ ਹਰ ਚੀਜ਼ ਦੀ ਕੂੜ ਹੀ ਉਹਨਾਂ ਨੇ ਕਹਿ ਦਿੱਤੀ ਹੈ। ਕੋਈ ਚੀਜ਼ ਵੀ ਇੱਥੇ ਉਹ ਕਹਿੰਦੇ ਕਿ ਕੋਈ ਐਸੀ ਨਹੀਂ ਹੈਗੀ ਕਿ ਜਿਹੜੀ ਕੋਲ ਰੱਖਣ ਵਾਲੀ ਹੈ। ਕਿ ਕਿਸ ਨਾਲ ਕੀਜੇ ਦੋਸਤੀ ਸਭ ਜਗ੍ਹਾ ਚੱਲਣ ਹਾਰ। ਕਹਿੰਦੇ ਕਿਹੜੀ ਚੀਜ਼ ਨਾਲ ਇੱਥੇ ਮੈਂ ਦੋਸਤੀ ਕਰਾਂ, ਕਿਹੜੀ ਚੀਜ਼ ਨਾਲ, ਇੱਥੇ ਤਾਂ ਕੋਈ ਚੀਜ਼ ਰਹਿਣ ਵਾਲੀ ਨਹੀਂ ਹੈਗੀ ਕੋਈ। ਪਰ ਜਦੋਂ ਇਸ ਚੀਜ਼ ਦੀ ਸਮਝ ਲੱਗ ਗਈ ਤੇ ਫਿਰ ਸਾਰੇ ਬਖੇੜੇ ਖਤਮ ਹੋ ਗਏ, ਫਿਰ ਲੜਾਈਆਂ ਖਤਮ ਹੋ ਗਈਆਂ। ਜਿਨ੍ਹਾਂ ਨੂੰ ਪਤਾ ਚੱਲ ਗਿਆ, ਜਿਹੜੇ ਪਿੱਛੇ ਅਸੀਂ ਇਤਿਹਾਸ ਦੇ ਵਿੱਚ ਸੰਤਾਂ ਮਹਾਤਮਾ ਦੀਆਂ ਜਿਹੜੀਆਂ ਸਾਖੀਆਂ ਸੁਣਦੇ ਹਾਂ, ਰਾਜੇ ਮਹਾਰਾਜੇ ਹੋਏ ਉਹਦੇ ਵਿੱਚ, ਬੜੇ ਬੜੇ ਰਿਆਸਤਾਂ ਉਹਨਾਂ ਦੇ ਕੋਲ ਸੀ, ਹਾਥੀ ਘੋੜੇ ਕੋਲ ਸੀ, ਸੈਨਾ ਕੋਲ ਸੀ, ਸਾਰਾ ਕੁਝ ਜਦੋਂ ਸਮਝ ਆ ਗਈ ਸੀ ਸਭ ਕੁਝ ਛੱਡ ਕੇ ਤੇ ਉਸ ਵਿਰਾਗ ਵਿੱਚ ਚਲੇ ਗਏ। ਕਿਉਂਕਿ ਸਰੀਰ ਸਮਝ ਲੱਗੀ ਕਿ ਹੈ ਕੀ ਹੈ, ਇੱਥੇ ਕੁਝ ਵੀ ਨਹੀਂ ਹੈਗਾ, ਇੱਥੇ ਕਾਹਦਾ ਅਸੀਂ ਫਿਕਰ ਕਰਦੇ ਪਏ। ਇਸ ਕਰਕੇ ਫਰਮਾਇਆ ਉਹਨਾਂ ਨੇ ਕਿ ਝੂਠੀ ਕਾਇਆ ਝੂਠੀ ਮਾਇਆ ਝੂਠਾ ਮਨ ਜੋ ਰਹਾ ਲਵਾਏ, ਕਿ ਇਹ ਸਭ ਕੁਝ ਹੀ ਕਹਿੰਦੇ ਝੂਠਾ ਹੈ। ਇਹ ਮਨ ਜਿਹੜਾ ਆ ਇਹ ਵੀ ਉਹਦੀ ਕਾਲ ਦਾ ਇੱਕ ਜਾਲ ਹੈ, ਇਹ ਕਾਲ ਦਾ ਏਜੰਟ ਹੈ। ਇਹਦਾ ਕੰਮ ਹੀ ਇਹੋ ਆ ਕਿ ਝੂਠ ਦੇ ਵਿੱਚ ਬਸ ਭਜਾਈ ਫਿਰੇ। ਸਤਿਗੁਰਾਂ ਦੇ ਵਚਨ ਤੋਂ ਨੇ ਕਿ ਵੀ ਇਹ ਇੰਨਾ ਉਹਦੇ ਵਿੱਚ ਲੜਦਾ ਹੈ, ਜਦੋਂ ਇੱਕ ਵੀ ਸੁਰਤ ਦੇ ਅੰਦਰੋਂ ਨਿਕਲਣ ਲੱਗਦੀ ਹੈ ਤੇ ਕਹਿੰਦੇ ਕਿ ਆਪਣਾ ਪੂਰਾ ਜ਼ੋਰ ਤੱਕ ਲਾ ਦਿੰਦਾ ਹੈ ਕਿ ਸੁਰਤ ਨੂੰ ਜਾਣ ਨਾ ਦੇਵਾਂਗੇ। ਬਸ ਇਹ ਕਾਲ ਨੇ ਇੰਤਜ਼ਾਮ ਕੀਤਾ ਕਿ ਮਨ ਜਿਹੜਾ ਆ ਹਰ ਇੱਕ ਦੇ ਅੰਦਰ ਰੱਖ ਦਿੱਤਾ। ਗੁਰੂ ਮਹਾਰਾਜ ਜੀ ਸਤਸੰਗ ਆਪਾਂ ਵਚਨ ਸੁਣੇ ਕਿ ਮਨ ਜਿਹੜਾ ਕਾਲ ਦਾ ਏਜੰਟ ਹੈ। ਤੇ ਸਵਾਮੀ ਜੀ ਨੇ ਫਰਮਾਇਆ ਕਿ ਜੇ ਮਨ ਦੁਸ਼ਟ ਕਾਲ ਕਾ ਚਿਹਰਾ, ਇਹ ਕਾਲ ਦਾ ਜਿਹੜਾ ਬੱਚਾ ਹੈ, ਕਾਲ ਦਾ ਏਜੰਟ ਹੈ, ਇਹ ਉਹਦਾ ਹੀ ਚੇਲਾ ਹੈ। ਵੀ ਜਿਹਦਾ ਚੇਲਾ ਹੈ ਉਹਦੀ ਉਹਨੇ ਮੰਨਣੀ ਹੈ, ਸਾਡੀ ਥੋੜਾ ਮੰਨਣੀ ਹੈ। ਇਸੇ ਕਰਕੇ ਉਹਨੇ ਫਰਮਾਇਆ ਕਿ ਮੰਨ ਕੇ ਮਤੇ ਚਲੋ ਮਤ ਕੋਈ, ਸਤਿਗੁਰੂ ਕਹੇ ਕਰੋ ਤੁਮ ਸੋਈ, ਇਹ ਭਉ ਮੇ ਗੋਤੇ ਜਲਵਾਏ। ਸਾਨੂੰ ਅਗਾਹ ਕਰਦੇ ਨੇ ਕਿ ਇਹਦੇ ਮਨ ਦੇ ਮਗਰ ਨਹੀਂ ਚੱਲਣਾ, ਜੋ ਸਤਿਗੁਰੂ ਕਹਿੰਦੇ ਨੇ ਉਹਦੇ ਪਿੱਛੇ ਚੱਲਣਾ ਹੈ। ਪਰ ਜਿੰਨੀ ਵਾਰੀ ਅਸੀਂ ਮਨ ਦੇ ਮਗਰ ਲੱਗਦੇ ਹਾਂ, ਇਹਦਾ ਕੰਮ ਹੈ ਕਿ ਇਹਨੇ ਫਸਾਉਣਾ, ਇਹਨੇ ਨਿਕਲਣ ਨਹੀਂ ਦੇਣਾ। ਇੱਥੇ ਬਾਰ-ਬਾਰ ਉਸ 84 ਦੇ ਚੱਕਰ ਤੇ ਜਾਏਗਾ। ਕੋਈ ਵੀ ਸ਼ਾਹੂਕਾਰ ਜਿਹੜਾ ਵੋਟਾਂ ਪੈਂਦੀਆਂ ਨੇ, ਲੀਡਰ ਹੁੰਦੇ ਨੇ, ਕਿੰਨਾ ਜਦੋਂ ਇੱਕ ਬੰਦਾ ਵੀ ਇੱਕ ਉਹਨਾਂ ਦੀ ਵੋਟ ਦੂਜੇ ਬੰਦੇ ਜਾਣ ਲੱਗਦੀ ਹੈ ਤੇ ਲੜ ਮਰਦੇ ਨੇ ਇੱਕ ਦੂਜੇ ਨਾਲ। ਇਸੇ ਤਰ੍ਹਾਂ ਹੀ ਉਹ ਵੀ ਸੁਰਤਾਂ ਜਿਹੜੀਆਂ ਉਹਨੇ ਲਈਆਂ ਨੇ, ਉਹ ਕਿਉਂ ਚਾਹੇਗਾ ਕਿ ਇੱਥੋਂ ਨਿਕਲ ਜਾਣ। ਪਰ ਸਤਿਗੁਰ ਇੱਥੇ ਮਾਇਆ ਜਾਲ 'ਚ ਫਸਿਆ, ਦੁੱਖਾਂ 'ਚ ਫਸਿਆ ਦੇਖ ਕੇ ਸਾਨੂੰ ਛਡਾਉਣ ਵਾਸਤੇ ਆਉਂਦੇ ਨੇ। ਪਰ ਕੌਣ ਬਚਦਾ? ਇਸ ਤਰ੍ਹਾਂ ਬੋਲਦੇ ਸ਼ਬਦ ਕਿ ਮੇਰੇ ਸਤਿਗੁਰਾਂ ਜਹਾਜ਼ ਬਣਾਇਆ, ਆਜੋ ਜਿੰਨੇ ਪਾਰ ਲੰਘਣਾ।
ਜਦੋਂ ਤੱਕ ਅਸੀਂ ਉੱਤੇ ਚੜ੍ਹਦੇ ਨਹੀਂ ਉਦੋਂ ਤੱਕ ਉਹ ਗੱਲ ਨਹੀਂ ਬਣਦੀ। ਤੇ ਸਤਿਗੁਰਾਂ ਨੇ ਵੀ ਕਈ ਵਚਨ ਜਿਹੜੇ ਕਾਲ ਨੂੰ ਦਿੱਤੇ ਨੇ, ਉਹਦੇ ਦੇਸ਼ ਦੇ ਵਿੱਚ ਆ ਕੇ ਉਹਦੇ ਹੀ ਉਸ ਨਿਯਮ ਦੀ ਪਾਲਣਾ ਵੀ ਕਰਨੀ ਪੈਂਦੀ। ਪਰ ਸਤਿਗੁਰ ਸਾਨੂੰ ਉਹ ਗਿਆਨ ਬਖਸ਼ਦੇ ਨੇ, ਅਸੀਂ ਉਹ ਅੱਖ ਦਿੰਦੇ ਨੇ ਕਿ ਜਿਹਦੇ ਨਾਲ ਸਾਨੂੰ ਜਦੋਂ ਦਿਸਣਾ ਸ਼ੁਰੂ ਹੋ ਜਾਂਦਾ ਸਭ ਕੁਝ, ਫਿਰ ਇਹ ਕਾਲ ਦਾ ਜਿਹੜੇ ਬੰਧਨ ਤੋੜ ਕੇ ਇਹ ਉਸ ਜਹਾਜ਼ ਤੇ ਚੜ੍ਹ ਜਾਂਦਾ। ਹਾਂਜੀ। ਝੂਠੀ ਕਾਇਆ ਝੂਠੀ ਮਾਇਆ, ਝੂਠਾ ਮਨ ਜੋ ਰਹਾਲ ਭਾਏ, ਸਤ ਸੰਗ ਸੱਚਾ ਸਤ ਗੁਰ ਸੱਚਾ, ਨਾਮ ਸਚਾਈ ਕਿਆ ਕਹੂੰਗਾ। ਹੁਣ ਦੇਖੋ ਦੂਸਰਾ ਪਾਸਾ ਸਾਨੂੰ ਲੈ ਕੇ ਜਾ ਰਿਹਾ ਹੈ। ਪਹਿਲਾਂ ਇਸ ਝੂਠ ਦੇ ਬਾਰੇ ਸਭ ਕੁਝ ਦੱਸਿਆ, ਝੂਠ ਨਾਲ ਅਵਗਤ ਕਰਾਇਆ, ਸਾਰਾ ਕੁਝ ਪਿੱਛੇ ਦੱਸਿਆ ਉਹਨਾਂ ਨੇ ਕਿ ਕਿਸ ਤਰ੍ਹਾਂ ਕਿ ਇਹ ਅਵਸਰ ਨਹੀਂ ਮਿਲਦਾ, ਜੋ ਵੀ ਤੇਰੀਆ ਸੁੱਤ ਧਨ ਸਭ ਕੁਝ ਕਹਿੰਦੇ ਝੂਠਾ, ਕਾਇਆ ਝੂਠੀ, ਮਾਇਆ ਝੂਠੀ, ਇਹ ਸਭ ਖੇਲ ਰਹਿਣ ਦਾ ਸੁਪਨਾ, ਸਭ ਕੁਝ ਦੱਸ ਦਿੱਤਾ ਕਿ ਇਹ ਸਭ ਕੁਝ ਜਿਹੜਾ ਸੀ ਝੂਠ ਹੈ। ਹੁਣ ਦੂਸਰੇ ਪਾਸੇ ਸਾਨੂੰ ਲੈ ਕੇ ਜਾ ਰਹੇ ਨੇ, ਜੇ ਝੂਠ ਹੈ ਤੇ ਸੱਚ ਵੀ ਤਾਂ ਕੁਝ ਹੈਗਾ ਹੈ। ਹੁਣ ਫਰਮਾਉਂਦੇ ਨੇ ਸਤਸੰਗ ਸੱਚਾ ਸਤਿਗੁਰ ਸੱਚਾ, ਇੱਕੋ ਹੀ ਚੀਜ਼ ਹੈ ਜਿਹੜੀ ਰਹਿਣ ਵਾਲੀ ਹੈ। ਝੂਠ ਤੋਂ ਜੇ ਅਸੀਂ ਹਟਣਾ ਹੈ ਤੇ ਕਿਸੇ ਨਾ ਕਿਸੇ ਨਾਲ ਚੀਜ਼ ਨਾਲ ਜੁੜਨਾ ਵੀ ਪਏਗਾ। ਜਿਸ ਤਰ੍ਹਾਂ ਕੋਈ ਖਾਲੀ ਖੇਤ ਪਿਆ ਹੈ, ਜੇ ਖਾਲੀ ਖੇਤ ਪਿਆ ਹੈ ਤੇ ਖਾਲੀ ਵਾਹ ਕੇ ਉਹਨੂੰ ਰੱਖ ਛੜੀਏ, ਉਹਦੇ 'ਚ ਫਿਰ ਵੀ ਘਾਹ ਬੂਟ ਜਿਹੜਾ ਉਹ ਪੈਂਦਾ ਹੈ, ਜਿਹੜੀਆਂ ਬੂਟੀਆਂ ਜਾਂ ਵਾਹ ਕੇ ਜਿਹੜੀਆਂ ਕਈ ਚੀਜ਼ਾਂ ਹੋ ਪੈਂਦੀਆਂ ਨੇ। ਪੈਲੀ ਨੂੰ ਵਾਹ ਕੇ ਉਹਨੂੰ ਸਭ ਕੁਝ ਕਰਕੇ ਉਹਦੇ ਵਿੱਚ ਬੀਜ ਬੀਜਣਾ ਕੋਈ ਨਾ ਕੋਈ, ਜੇ ਅਸੀਂ ਕੁਝ ਚਾਹੁੰਦੇ ਹਾਂ। ਹੁਣ ਉਹਨਾਂ ਚੀਜ਼ਾਂ ਤੋਂ ਤਾਂ ਦੂਰ ਹੋ ਗਿਆ, ਪਰ ਕਈ ਲੋਕ ਐਸੇ ਵੀ ਦੁਨੀਆ 'ਤੇ ਹੁੰਦੇ ਨੇ, ਉਹ ਠੀਕ ਹੈ, ਉਹ ਸੋਚਦੇ ਨੇ ਕਿ ਉਹਨਾਂ ਨੂੰ ਥੋੜ੍ਹੀ ਬਹੁਤ ਸਮਝ ਆਉਂਦੀ ਹੈ, ਉਹ ਆਪਣੇ ਆਪ ਨੂੰ ਇਹਨਾਂ ਚੀਜ਼ਾਂ ਥੋੜ੍ਹਾ ਮੂੰਹ ਘਰ-ਬਾਰ ਛੱਡ ਦਿੰਦੇ ਨੇ, ਥੋੜ੍ਹਾ ਜਿਹਾ ਮੋਹ ਘੱਟ ਕਰ ਦਿੰਦੇ ਨੇ, ਕੋਸ਼ਿਸ਼ ਕਰਦੇ ਨੇ, ਪਰ ਲੇਕਿਨ ਜੁੜਦੇ ਕਿਸੇ ਪਾਸੇ ਨਹੀਂ, ਮੰਨਦੇ ਕਿਸੇ ਨੂੰ। ਉਹ ਕੀ ਕਰਦੇ ਨੇ ਕਿ ਜਿਸ ਤਰ੍ਹਾਂ ਪੈਲੀ ਦਾ ਵਾਹ ਲਈ, ਇੱਕ ਵਾਰੀ ਉਹਦੇ ਵਿੱਚ ਗੰਦਮੰਦ ਜਿਹੜਾ ਸੀ ਚੁੱਕ ਲਿਆ, ਪੱਥਰ ਚੁੱਕ ਲਏ, ਉਹਦੇ ਵਿੱਚੋਂ ਉਹਨੂੰ ਵਾਹ ਲਿਆ, ਕਰ ਲਿਆ, ਪਰ ਬੀਜਿਆ ਕੁਛ ਨਹੀਂ। ਹੁਣ ਜਦੋਂ ਬੀਜਿਆ ਕੁਛ ਨਹੀਂ ਤੇ ਇਹ ਕੁਦਰਤ ਦੀ ਇੱਕ ਜਿਹੜੀ ਖੇਡ ਐਸੀ ਹੈ ਬਈ ਉਹਦੇ ਵਿੱਚ ਆਪਣੇ ਆਪ ਨੂੰ ਕੁਛ ਨਾ ਕੁਛ ਹੋ ਪੈਣਾ। ਜਦੋਂ ਅਸੀਂ ਆਪਣੇ ਆਪ ਨੂੰ ਬਹੁਤਾ ਸਿਆਣੇ ਸਮਝਣ ਲੱਗ ਪੈਂਦੇ, ਸਮਝਦੇ ਹਾਂ ਕਿ ਨਹੀਂ ਹੁਣ ਤਾਂ ਮੈਂ ਬਈ ਆਹ ਹੋ ਗਿਆ, ਉਹ ਹੋ ਗਿਆ, ਹੁਣ ਤੇ ਮੈਨੂੰ ਇੱਦਾਂ ਨਹੀਂ, ਕੋਈ ਟਾਈਮ ਪਾ ਕੇ ਉਹ ਫਿਰ ਉਲਟ ਹੋਣਾ ਕੰਮ ਸ਼ੁਰੂ ਹੋ ਜਾਂਦਾ ਹੈ। ਅਸੀਂ ਦੇਖਦੇ ਨੇ ਬੜੇ ਬੜੇ ਜੋ ਦਿਖੇ ਲੋਕ, ਉनको व्याप्ते चिंता सो, ਜਿੰਨੇ ਸਾਨੂੰ ਕੋਈ ਜ਼ਿਆਦਾ ਵੱਡੇ ਜ਼ਿਆਦਾ ਸਮਝਦਾਰ ਲੱਗਦੇ ਨੇ, ਉਨੀਆਂ ਉਹਨਾਂ ਦੇ ਨਾਲ ਚਿੰਤਾਵਾਂ ਜ਼ਿਆਦਾ ਜੁੜੀਆਂ, ਉਨੇ ਹੀ ਉਹ ਜ਼ਿਆਦਾ ਦੁਖੀ ਨੇ। ਆਮ ਸਗੋਂ ਨੋਰਮਲ ਬੰਦਾ ਜਿਹੜਾ ਉਹ ਨਹੀਂ ਇੰਨਾ ਦੁਖੀ ਹੁੰਦਾ ਜਿੰਨਾ ਦੂਸਰੇ ਦੋਸਤ ਸਮਝਦਾਰ ਜਿਹੜੇ ਦੁਖੀ ਹੁੰਦੇ ਨੇ ਜ਼ਿਆਦਾ, ਕਿਉਂਕਿ ਆਪਣੇ ਆਪ ਨੂੰ ਸਮਝਦਾਰ ਸਮਝਦੇ, ਆਪਣੇ ਦਿਮਾਗ ਨਾਲ ਚੱਲਦੇ ਰਹਿੰਦੇ ਨੇ, ਲੇਕਿਨ ਗੁਰੂ ਦਾ ਬਚਨ ਨਹੀਂ ਮੰਨਦੇ। ਜੇ ਜਦੋਂ ਗੁਰੂ ਦਾ ਬਚਨ ਅਸੀਂ ਮੰਨਾਂਗੇ, ਉਹ ਉਹਨਾਂ ਦੀ ਉਹ ਜਿਹੜੀ ਉਹਨਾਂ ਨੇ ਕਿਹਾ ਨਾ ਕਿ ਸਤਿਗੁਰੂ ਕਹੇ ਚਲ ਕਰੋ ਤੁਮ ਸੋਈ, ਮਨ ਕੇ ਮਤੇ ਚਲੋ ਮਤ ਕੋਈ, ਸਤਿਗੁਰੂ ਕਹੇ ਕਰੋ ਤੁਮ ਸੋਈ। ਉਹ ਜਿਹੜਾ ਬੀਜ ਪਾਉਣਾ ਸੀ ਵਿੱਚ, ਉਹ ਪਾਇਆ ਨਹੀਂ, ਉਹ ਫਿਰ ਕੋਈ ਨਾ ਕੁਝ ਹੋ ਜਾਂਦਾ। ਹੁਣ ਉਹਦੇ ਬਾਰੇ ਦੱਸ ਰਹੇ ਨੇ ਕਿ ਸਤਸੰਗ ਸੱਚਾ ਸਤਿਗੁਰ ਸੱਚਾ, ਨਾਮ ਸਚਾਈ ਕਹੂੰ ਕਿਆ ਕਹੂੰਗਾ। ਬਈ ਨਾਮ ਤਾਂ ਸੱਚਾ ਹੈ ਹੀ ਹੈ, ਨਾਮ ਦੇ ਸਭ ਕੁਝ ਬਣਾਇਆ ਹੈ, ਪਰ ਨਾਮ ਦੇ ਨਾਲ ਮਿਲਾਉਣ ਵਾਲਾ ਵੀ ਤਾਂ ਕੋਈ ਸੱਚਾ ਚਾਹੀਦਾ ਹੈ। ਸਾਨੂੰ ਕੀ ਪਤਾ ਕਿ ਨਾਮ ਕੀ ਹੁੰਦਾ ਹੈ? ਅਸੀਂ ਤਾਂ ਨਾਮ ਇਹਨੂੰ ਹੀ ਸਮਝੀ ਜਾਂਦੇ ਹਾਂ, ਲਫ਼ਜ਼ਾਂ ਨੂੰ ਹੀ ਨਾਮ ਸਮਝੀ ਜਾਂਦੇ ਹਾਂ। ਇਸੇ ਕਰਕੇ ਕਿ ਉਹ ਨਾਮਾਂ ਦੇ ਵਿੱਚ ਜਿਹੜੀਆਂ ਲੜਾਈਆਂ ਪਈਆਂ, ਕੋਈ ਕਹਿੰਦਾ ਮੇਰਾ ਨਾਮ ਇੱਥੇ ਲਿਖ ਦਿਓ, ਕੋਈ ਕਹਿੰਦਾ ਉਹ ਮੇਰਾ ਨਾਮ ਲਿਖ ਦਿਓ, ਉਹ ਉਹਨਾਂ ਨਾਮ ਨੂੰ ਹੀ ਆਪਣੇ ਨੂੰ ਵੱਡਾ ਗਿਣੀ ਜਾਂਦੇ। ਕੋਈ ਕਹਿੰਦਾ ਮੈਂ ਹਿੰਦੂ ਹਾਂ, ਇੱਥੇ ਹਿੰਦੂਆਂ ਦਾ ਜਿਹੜਾ ਇਹ ਚੀਜ਼ ਹੋਣੀ ਚਾਹੀਦੀ, ਕੋਈ ਕਹਿੰਦਾ ਸਿੱਖ ਹੈ ਇੱਥੇ ਸਿੱਖਾਂ ਦੀ ਹੋਣੀ ਚਾਹੀਦੀ ਹੈ। ਹੁਣ ਅੱਜ ਤੁਸੀਂ ਦੇਖਦੇ ਹੋ ਮੰਦਿਰਾਂ ਦੀਆਂ, ਮਸਜਿਦਾਂ ਦੀਆਂ, ਗੁਰਦੁਆਰੇ ਦੀਆਂ ਲੜਾਈਆਂ ਕਿਉਂ ਹੁੰਦੀਆਂ ਨੇ? ਕਿਸੇ ਮਹਾਂਪੁਰਸ਼ ਨੇ ਵੀ ਆਣ ਕੇ ਕੋਈ ਝਗੜਾ ਕੀਤਾ, ਉਹਨਾਂ ਨੂੰ ਤੇ ਜਿੱਥੋਂ ਉਠਾਇਆ ਉੱਥੋਂ ਉੱਠ ਕੇ ਦੂਜੀ ਥਾਂ 'ਤੇ ਚਲੇ ਗਏ, ਕਿਉਂਕਿ ਸਾਰਾ ਸੰਸਾਰ ਹੀ ਉਹਨਾਂ ਦਾ ਹੈ।
ਅਸੀਂ ਉਹਨਾਂ ਚੀਜ਼ਾਂ ਦੀਆਂ ਹੀ ਲੜਾਈਆਂ ਪਾ ਲਈਆਂ। ਅਸੀਂ ਰਾਮ ਰਾਮ ਕਹਿੰਦੇ ਆ ਤੇ ਅਸੀਂ ਕਹਿੰਦੇ ਆ ਕਿ ਅਸੀਂ ਹਿੰਦੂ ਬਣ ਗਏ, ਅੱਲਾ ਅੱਲਾ ਕਰਦੇ ਆ ਅਸੀਂ ਕਹਿੰਦੇ ਅਸੀਂ ਮੁਸਲਮਾਨ ਬਣ ਗਏ, ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਆ ਅਸੀਂ ਕਹਿੰਦੇ ਅਸੀਂ ਸਿੱਖ ਬਣ ਗਏ। ਪਰ ਉਹ ਜਿਹੜਾ ਨਾਮ ਦੀ ਸੱਚਾਈ ਹੈ ਉਹ ਸਤਿਗੁਰ ਦੱਸਦੇ ਨੇ ਕਿ ਨਾਮ ਹੈ ਕੀ। ਇਹ ਕੀ ਵਰਣਾਤਮਕ ਨਾਮ, ਜਿਹੜੇ ਬੋਲਣ ਚ ਆ ਜਾਂਦੇ ਨੇ, ਸੁਣਨ ਚ ਆ ਜਾਂਦੇ ਨੇ, ਪੜ੍ਹਨ ਚ ਆ ਜਾਂਦੇ ਨੇ, ਲਿਖਣ ਚ ਆ ਜਾਂਦੇ ਨੇ, ਇਹ ਵਰਣਾਤਮਕ ਨਾਮ। ਪਰ ਸਤਿਗੁਰ ਸਾਨੂੰ ਵਰਣਾਤਮਕ ਨਾਮ ਤੋਂ ਉਠਾ ਕੇ ਧੁਨਾਤਮਕ ਨਾਮ ਦੇ ਨਾਲ ਜੋੜ ਦਿੰਦੇ। ਉਹ ਜਿਹੜੀ ਧੁਨ ਜਿਹੜੀ ਅੰਦਰੋਂ ਆ ਰਹੀ, ਜਿਹਨਾਂ ਨੇ ਕਿਹਾ ਕਿ ਜਿਹਨੇ ਸਗਲੀ ਚਿੰਤ ਮਿਟਾਈ, ਜਿਹੜੀਆਂ ਸਾਰੀਆਂ ਚਿੰਤਾ ਮਿਟਾ ਦਿੰਦੀ ਆ, ਉਹ ਜਿਹੜੀ ਅੰਦਰਲੀ ਧੁਨ ਜਿਹੜੀ ਕਿਹਾ ਉਸ ਧੁਨਾਤਮਕ ਨਾਮ ਨਾਲ ਜੋੜਦੇ ਆ। ਔਰ ਉਹ ਹਿੰਦੂਆਂ ਦੀ ਵੱਖਰੀ ਨਹੀਂ, ਉਹ ਸਿੱਖਾਂ ਦੀ ਵੱਖਰੀ ਨਹੀਂ, ਉਹ ਮੁਸਲਮਾਨਾਂ ਦੀ ਵੱਖਰੀ ਨਹੀਂ, ਉਹ ਸਾਰਿਆਂ ਦੀ ਇੱਕੋ ਹੀ ਹੈ। ਅਸੀਂ ਕਹਿੰਦੇ ਜ਼ਰੂਰ ਆ ਗੋਡ ਇਜ਼ ਵਨ, ਪਰਮਾਤਮਾ ਇੱਕ ਹੈ, ਪਰ ਇੱਕ ਮੰਨਦਾ ਕੋਈ, ਹਰ ਕਹਿੰਦਾ ਜੋ ਮੈਂ ਮੰਨਦਾ ਬਸ ਉਹਨੂੰ ਕਹੋ ਇੱਕ ਹੈ, ਹੋਰ ਨਹੀਂ ਕੋਈ ਹੈਗਾ। ਪਰ ਬਈ ਉਹ ਤੇ ਇੱਕ ਸੱਚਾਈ ਹੈ। ਉਸ ਨਾਮ ਦਾ ਉਹਨਾਂ ਨੇ ਬਾਣੀ ਚ ਵਰਣਨ ਕੀਤਾ, ਉਹਨੇ ਕਿਹਾ ਅੱਖੀ ਬਾਝੋਂ ਵੇਖਣਾ ਬਿਨ ਕੰਨੀ ਸੁਣਨਾ। ਅਸੀਂ ਤੇ ਇਸ ਨਾਮ ਦੀ ਗੱਲ ਕਰਦੇ ਪਏ ਆ, ਆਪਣੇ ਇਹੋ ਜਿਹੜੇ ਬੋਲਣ ਚੱਲਣ ਚ ਆ ਜਾਂਦੇ ਨੇ, ਇੱਕ ਦੂਜੇ ਨਾਲ ਉਹਦੇ ਨਾਲ ਲੜੀ ਜਾਂਦੇ ਪਏ। ਪਰ ਉਹਨਾਂ ਨੇ ਨਾਮ ਦੀ ਵਡਿਆਈ ਕੀ ਕੀਤੀ, ਉਹਨਾਂ ਕਹਿੰਦੇ ਅੱਖੀ ਬਾਝੋਂ ਵੇਖਣਾ ਬਿਨ ਕੰਨੀ ਸੁਣਨਾ, ਪੈਰਾਂ ਬਾਝੋਂ ਚੱਲਣਾ ਬਿਨ ਹੱਥੀਂ ਕਰਨਾ, ਜੀਭਾਂ ਬਾਝੋਂ ਬੋਲਣਾ ਇਉਂ ਜੀਵਤ ਮਰਨਾ। ਜੀਭਾਂ ਬਾਝੋਂ ਬੋਲਣਾ, ਅਸੀਂ ਤੇ ਜੀਭਾਂ ਦੇ ਨਾਲ ਜਿਹੜਾ ਬੋਲਦੇ ਪਏ ਉਹਦੇ ਕਰਕੇ ਲੜਾਈਆਂ ਪਾਈਆਂ। ਉਹ ਕਹਿੰਦੇ ਉਹ ਤੇ ਬੋਲਣ ਚਾਹੁੰਦਾ ਹੀ ਨਹੀਂ, ਇਸ ਜੀਭ ਨਾਲ ਬੋਲਿਆ ਹੀ ਨਹੀਂ ਜਾਂਦਾ, ਇਸ ਕੰਨਾਂ ਨਾਲ ਸੁਣਿਆ ਨਹੀਂ ਜਾਂਦਾ, ਇਸ ਅੱਖਾਂ ਨਾਲ ਵੇਖਿਆ ਹੀ ਨਹੀਂ ਜਾਂਦਾ। ਉਹਦੇ ਵਾਸਤੇ ਅੱਖਾਂ ਹੋਰ ਚਾਹੀਦੀਆਂ। ਜਿਹੜਾ ਉਹਨੂੰ ਬੋਲਿਆ ਨਾ ਕਿ ਇੱਕ ਹੈਗਾ ਇਹ ਸੌਂਗਾ ਕਿ ਜਿਨ੍ਹਾਂ ਨੂੰ ਤੂੰ ਦਿਸਦਾ ਉਹ ਹੋਰ ਹੀ ਅੱਖਾਂ ਨੇ, ਉਹ ਤੇ ਹੋਰ ਹੀ ਅੱਖਾਂ ਨੇ, ਉਹ ਹੀ ਅੱਖਾਂ ਨਹੀਂ ਹੈ। ਉਹ ਜਦੋਂ ਉਹਨੂੰ ਮਿਲ ਜਾਂਦੀ ਹੈ, ਇਹ ਅੱਖਾਂ ਤਾਂ ਸਾਰਿਆਂ ਨੂੰ ਹੈਗੀਆਂ ਪਰ ਸਾਰਿਆਂ ਨੂੰ ਉਹ ਦਿਸਦਾ ਨਹੀਂ। ਜਦੋਂ ਉਹ ਅੰਦਰਲੀ ਅੱਖ ਮਿਲ ਜਾਂਦੀ ਹੈ ਤੇ ਫਿਰ ਇਹ ਉਹ ਦਿਸਣਾ ਸ਼ੁਰੂ ਹੁੰਦਾ ਹੈ। ਤਾਂ ਉਹਨਾਂ ਫਰਮਾਇਆ ਕਿ ਜੀਭਾਂ ਬਾਝੋਂ ਬੋਲਣਾ ਉਹ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤਾਂ ਉਹ ਖਸਮੇ ਮਿਲਣਾ। ਨਾਨਕ ਹੁਕਮ ਪਛਾਣ ਕੇ ਖਸਮ ਨੂੰ ਜੋ ਮਿਲਣਾ ਹੈ ਤੇ ਬਈ ਸਤਿਗੁਰਾਂ ਦੇ ਉਸ ਬਚਨ ਦੇ ਵਿੱਚ ਆ ਕੇ ਹੁਕਮ ਜਿਹੜਾ ਹੈ, ਜੋ ਸਾਨੂੰ ਹੁਕਮ ਸਤਿਗੁਰਾਂ ਨੇ ਲਗਾਉਂਦੇ, ਚਾਹੇ ਉਹ ਉਹਨਾਂ ਨੇ ਰਾਮ ਰਾਮ ਕਿਹਾ ਹੈ ਤੇ ਅਸੀਂ ਰਾਮ ਰਾਮ ਕਰਨਾ ਹੈ, ਜੇ ਉਹਨਾਂ ਨੇ ਅੱਲਾ ਅੱਲਾ ਕਿਹਾ ਹੈ ਅਸੀਂ ਅੱਲਾ ਅੱਲਾ ਕਰਨਾ ਹੈ। ਜਿਸ ਤਰ੍ਹਾਂ ਫਰੀਦ ਸਾਹਿਬ ਦਾ ਜਿਸ ਤਰ੍ਹਾਂ ਉਹਨੇ ਦੱਸਿਆ ਸੀ ਕਿ ਉਹ ਜਾ ਰਹੇ ਸੀ ਨਦੀ ਦੇ ਵਿੱਚ, ਨਾਲ ਉਹਨਾਂ ਦੇ ਸੇਵਕ ਵੀ ਨਾਲ ਸੀ। ਰਸਤੇ 'ਚ ਤੂਫਾਨ ਆ ਗਿਆ, ਬੇੜੀ ਜਿਹੜੀ ਸੀ ਡੋਲਣੀ ਸ਼ੁਰੂ ਹੋ ਗਈ ਤੇ ਫਰੀਦ ਸਾਹਿਬ ਕਹਿਣ ਲੱਗੇ, ਉਹਨਾਂ ਨੂੰ ਕਹਿਣ ਲੱਗੇ ਕਿ ਬਈ ਤੁਸੀਂ ਸਾਰੇ ਧਿਆਨ ਕਰੋ, ਸ਼ਾਂਤ ਹੋ ਕੇ ਬੈਠ ਜਾਓ, ਜ਼ਿਆਦਾ ਸ਼ੋਰ ਨਾ ਮਚਾਓ ਤੇ ਬਈ ਉਹਦਾ ਧਿਆਨ ਕਰੋ, ਨਾਮ ਉਹ ਜਪੋ, ਜਾਂ ਫਰੀਦ ਜਾਂ ਫਰੀਦ ਜਾਂ ਫਰੀਦ ਕਰੋ। ਉਹ ਸਾਰੇ ਜਾਣੇ ਲੱਗ ਪਏ ਕਿ ਉਹਨਾਂ ਦੇ ਗੁਰੂ ਸੀ, ਉਹਨਾਂ ਨੇ ਕਿਹਾ ਜਾਂ ਫਰੀਦ, ਆਪਣੇ ਗੁਰੂ ਦਾ ਨਾਮ ਜਪਣਾ ਸ਼ੁਰੂ। ਜਦੋਂ ਸ਼ੁਰੂ ਹੋ ਗਏ ਤੇ ਫਰੀਦ ਸਾਹਿਬ ਆਪਣੇ ਸਰਦਾਰਾਂ ਨੂੰ ਕਹਿਣ ਲੱਗੇ ਯਾ ਅੱਲਾ ਯਾ ਅੱਲਾ। ਕਿਸੇ ਦਾ ਥੋੜਾ ਜਿਹਾ ਆਪਣੇ ਵੱਲੋਂ ਧਿਆਨ ਹਟਿਆ ਤੇ ਉਧਰ ਧਿਆਨ ਪਿਆ, ਕਹਿੰਦਾ ਲੈ ਇਹ ਤੇ ਆਪ ਅੱਲਾ ਦੀ ਸਿਫਤ ਅਸੀਂ ਗ੍ਰੰਥਾਂ 'ਚ ਵੀ ਸੁਣੀ ਹੈ, ਅੱਲਾ ਦਾ ਨਾਮ ਤੇ ਅਸੀਂ ਸੁਣਿਆ, ਫਰੀਦ ਦਾ ਨਾਮ ਤੇ ਅਸੀਂ ਕਦੇ ਸੁਣਿਆ ਨਹੀਂ ਹੈਗਾ। ਤੇ ਇਹ ਮਨ 'ਚ ਆਇਆ ਵਹਿਮ ਕਿ ਇਹ ਆਪ ਤੇ ਸਭ ਕੁਝ ਜਾਣਦੇ ਨੇ, ਸਾਨੂੰ ਗਲਤ ਦੱਸਦੇ ਪਏ, ਆਪ ਇਹ ਦੱਸ ਜਾਣਗੇ, ਸਾਨੂੰ ਸਾਰਿਆਂ ਨੂੰ ਡੁਬੋ ਦੇਣਗੇ। ਜਦੋਂ ਮਨ 'ਚ ਪਰਦਾ ਆ ਗਿਆ, ਹਉਮੈ ਦਾ, ਅਗਿਆਨਤਾ ਦਾ ਆ ਗਿਆ ਤੇ ਕੀ ਕੀਤਾ, ਸਾਰਿਆਂ ਨੂੰ ਕਹਿਣ ਲੱਗਿਆ ਆਹ ਦੇਖ ਆਹ ਦੇਖ ਆਹ ਕੀ ਕਰਦੇ ਪਏ, ਆਹ ਕੀ ਕਰਦੇ ਪਏ, ਸਾਨੂੰ ਕੀ ਕਹਿੰਦੇ ਆ ਤਾਂ ਆਪ ਦੇਖੋ ਕੀ ਕਰਦੇ ਪਏ। ਸਾਰੇ ਜਣੇ ਉਹ ਛੱਡ ਕੇ ਜਾਂ ਫਰੀਦ ਛੱਡ ਕੇ ਸਾਰੇ ਜਣੇ ਕਰਨੇ ਸ਼ੁਰੂ ਹੋ ਗਏ ਯਾ ਅੱਲਾ ਯਾ। ਜਦੋਂ ਜਾਂ ਫਰੀਦ ਕਰਦੇ ਪਏ ਸੀ ਉਦੋਂ ਬੇੜੀ ਜਿਹੜੀ ਸੀ ਆਰਾਮ ਨਾਲ ਜਾ ਰਹੀ ਸੀ। ਤੂਫਾਨ ਦੇ ਵਿੱਚ ਵੀ ਬੇੜੀ ਜਿਹੜੀ ਸੀ ਉਹ ਡੋਲਦੀ ਨਹੀਂ ਸੀ ਪਈ, ਆਰਾਮ ਨਾਲ ਅੱਗੇ ਵੱਧਦੀ ਪਈ ਸੀ। ਜਦੋਂ ਉਹਨਾਂ ਨੇ ਉਹ ਕਰਨਾ ਸ਼ੁਰੂ ਕੀਤਾ ਯਾ ਅੱਲਾ ਤੇ ਉਸੇ ਵੇਲੇ ਉਹ ਬੇੜੀ ਜਿਹੜੀ ਸੀ ਡੋਲਣੀ ਸ਼ੁਰੂ ਹੋ ਗਈ। ਯਾ ਅੱਲਾ ਵੀ ਭੁੱਲ ਗਿਆ ਉਸੇ ਵੇਲੇ। ਫਿਰ ਤੇ ਚੀਕਾਂ ਦੀ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਿਆ, ਚੀਕ ਪੁਕਾਰ ਸ਼ੁਰੂ ਹੋ ਗਿਆ। ਜਦੋਂ ਚੀਕ ਪੁਕਾਰ ਸ਼ੁਰੂ ਹੋਇਆ, ਫਰੀਦ ਸਾਹਿਬ ਨੇ ਆਪਣੇ ਨੇਤਰ ਖੋਲੇ, ਵੇਖ ਕੇ ਕਹਿਣ ਲੱਗੇ ਉਹ ਮੂਰਖੋ ਕੀ ਕਰਦੇ ਪਏ ਹੋ ਤੁਸੀਂ? ਕਹਿੰਦੇ ਮਹਾਰਾਜ ਜੀ ਉਹੀ ਕਰਦੇ ਪਏ ਜੋ ਤੁਸੀਂ ਕਰਦੇ ਪਏ ਹੋ। ਕਹਿੰਦੇ ਤੁਹਾਨੂੰ ਆਖਿਆ ਕੀ ਸੀ? ਕਹਿੰਦੇ ਅੱਲਾ ਨੂੰ ਤੁਸੀਂ ਨਹੀਂ ਦੇਖਿਆ, ਅੱਲਾ ਨੂੰ ਮੈਂ ਦੇਖਿਆ ਹੈ। ਤੁਸੀਂ ਸਿਰਫ ਫਰੀਦ ਨੂੰ ਦੇਖਿਆ, ਤੁਸੀਂ ਅੱਲਾ ਨੂੰ ਨਹੀਂ ਦੇਖਿਆ।
ਹੁਣ ਅਸੀਂ ਇੱਥੇ ਬੈਠੇ ਹਾਂ, ਸਾਨੂੰ ਕਿਸੇ ਦੀ ਲੋੜ ਹੈ ਤੇ ਮੈਂ ਇੱਥੋਂ ਤੁਹਾਨੂੰ ਆਵਾਜ਼ ਮਾਰ ਸਕਦਾ ਹੈ, ਤੁਸੀਂ ਮੈਨੂੰ ਆਵਾਜ਼ ਮਾਰ ਸਕਦੇ ਹੋ, ਇੱਥੋਂ ਆਵਾਜ਼ ਮਾਰ ਕੇ ਕਹਿ ਸਕਦੇ ਹਾਂ ਕਿ ਵੀ ਆਹ ਚੀਜ਼ ਲੈ ਕੇ ਆਓ। ਹੁਣ ਜਿਹੜਾ ਬਾਹਰ ਬੈਠਾ ਹੈ, ਬਾਹਰ ਜੇ ਸਾਨੂੰ ਦੇਸੀ ਨਹੀਂ ਰਿਹਾ, ਦੂਰ ਬੈਠਾ ਕਿਤੇ ਆ, ਉਹਨੂੰ ਇੱਥੇ ਬੈਠੇ ਕਿੱਦਾਂ ਆਵਾਜ਼ ਮਾਰਾਂਗੇ? ਇਸੇ ਕਰਕੇ ਸਤਿਗੁਰਾਂ ਨੇ ਪਹਿਲੇ ਸੂਚੀ ਸਤਸੰਗ ਦੇ ਵਚਨ ਉਹਨਾਂ ਨੇ ਕਿਹਾ ਕਿ ਜਿਹਨੂੰ ਤੁਸੀਂ ਮਿਲੇ ਹੀ ਨਹੀਂ, ਜਿਹਦੀ ਤੁਸੀਂ ਗੱਲਬਾਤ ਹੀ ਨਹੀਂ ਕੀਤੀ, ਜਿਹਦੇ ਕੋਲ ਬੈਠਣ ਦਾ ਤੁਹਾਨੂੰ ਟਾਈਮ ਹੀ ਨਹੀਂ ਮਿਲਿਆ, ਉਹ ਤੁਹਾਡਾ ਗੁਰੂ ਕਿੱਦਾਂ ਹੋ ਗਿਆ? ਹੁਣ ਬਾਹਰਲੇ ਤੌਰ ਤੇ ਅਸੀਂ ਗੁਰੂ ਬਣਾਉਂਦੇ ਹਾਂ, ਸਾਰੇ ਮਾਸਟਰ ਕਹਿ ਲਓ, ਟੀਚਰ ਕਹਿ ਲਓ, ਸਾਰੇ ਗੁਰੂ ਨੇ ਸਾਡੇ। ਸਭ ਕੁਛ ਕਿਤਾਬਾਂ 'ਚ ਲਿਖਿਆ ਹੈ, ਸਭ ਕੁਛ ਹੈਗਾ ਹੈ, ਸਾਨੂੰ ਕਿਉਂ ਸਕੂਲ ਜਾਣ ਦੀ ਲੋੜ ਪੈਂਦੀ, ਕਿਉਂ ਸਾਨੂੰ ਟੀਚਰ ਦੀ ਲੋੜ ਪੈਂਦੀ? ਟੀਚਰ ਤਾਂ ਪਹਿਲਾਂ ਵੀ ਬੜੇ ਬੜੇ ਹੋ ਗਏ, ਦਰੋਣਾਚਾਰੀਆ ਜੀ ਹੋ ਗਏ, ਹੋਰ ਵਿਸ਼ਵਾਮਿੱਤਰ ਜੀ ਹੋ ਗਏ, ਹੋਰ ਬੜੇ ਬੜੇ ਗੁਰੂ ਹੋ ਗਏ, ਅਸੀਂ ਉਹਨਾਂ ਦਾ ਕਿਉਂ ਨਹੀਂ, ਅਸੀਂ ਉਹਨਾਂ ਕੋਲ ਕਿਉਂ ਨਹੀਂ ਪੜ੍ਹ ਲੈਂਦੇ? ਕਾਰ ਸਿੱਖਣੀ ਹੈ, ਕੋਈ ਚੀਜ਼ ਸਿੱਖਣੀ ਹੈ, ਸਾਨੂੰ ਗੁਰੂ ਦੀ ਲੋੜ ਪੈਂਦੀ ਹੈ। ਆਪਰੇਸ਼ਨ ਸਿੱਖਣਾ ਹੈ, ਪੜ੍ਹਾਈ ਜਿੰਨੀ ਮਰਜ਼ੀ ਕਰਦੇ ਕੋਈ ਗੁਰੂ ਦੀ ਲੋੜ ਪੈਂਦੀ ਹੈ। ਇਸੇ ਤਰ੍ਹਾਂ ਹੀ ਇੱਥੇ ਆਣ ਕੇ ਸਾਡਾ ਹੰਕਾਰ ਵਧਿਆ ਹੁੰਦਾ, ਹੰਕਾਰ ਉਹ ਸਾਨੂੰ ਕਿਤੇ ਪਾਸੇ ਨੂੰ ਤੁਰਨ ਨਹੀਂ ਦਿੰਦਾ, ਕਹਿੰਦਾ ਨਹੀਂ ਮੈਨੂੰ ਤਾਂ ਸਭ ਪਤਾ ਹੈ। ਉੱਥੇ ਕਹਿੰਦਾ ਹੈ, ਉੱਥੇ ਕਿਸੇ ਨੂੰ ਨਹੀਂ, ਇਹ ਆਪਣੇ ਆਪ ਨੂੰ ਕਹਿੰਦਾ ਕਿ ਮੈਨੂੰ ਸਭ ਪਤਾ, ਮੈਂ ਸੱਚਾ। ਪਰ ਉਹਨਾਂ ਨੇ ਪਿੱਛੇ ਸਭ ਕੁਝ ਦੱਸ ਕੇ ਫਰਮਾਇਆ ਨੇ, ਸਤਸੰਗ ਸੱਚਾ, ਸਤਿਗੁਰੂ ਸੱਚਾ, ਨਾਮ ਸੱਚਾਈ ਕਿਆ ਕਹੂੰਗਾ। ਉਹਦੇ ਨਾਮ ਦੇ ਬਾਰੇ ਕਹਿੰਦੇ ਕਿ ਸਾਨੂੰ ਨਹੀਂ ਪਤਾ ਕੋਈ ਚੀਜ਼ ਉਹਨੂੰ ਗਾਓ, ਉਹਦੀ ਮਹਿਮਾ ਜਿਹੜੀ ਸਤਸੰਗ ਦੇ ਵਿੱਚ ਹੀ ਪਤਾ ਚੱਲਣੀ ਹੈ। ਸਵਾਮੀ ਜੀ ਨੇ ਵੀ ਫਰਮਾਇਆ ਕਿ ਨਾਮ ਕੇ ਰੰਗ ਮੇ ਰੰਗ ਜਾ, ਮਿਲੇ ਧਾਮ ਤੋਹੇ ਨੇ ਜਪਨਾ। ਨਾਮ ਕੇ ਰੰਗ ਮੇ ਰੰਗ ਜਾ, ਹੁਣ ਰੰਗ 'ਚ ਰੰਗਣਾ ਕੌਣ ਨਹੀਂ ਚਾਹੁੰਦਾ? ਜਿਸ ਤਰ੍ਹਾਂ ਗੁਰਮਾਈ ਨੇ ਵਚਨ ਫਰਮਾਏ, ਪਹਿਲੇ ਸੂਚਨ ਕਿਹਾ ਕਿ ਬਈ ਕਿਹੜਾ ਬੱਚਾ ਚਾਹੁੰਦਾ ਕਿ ਮਾਂ ਦੀ ਹੋਂਦ 'ਚੋਂ ਥੱਲੇ ਉਤਰੇ? ਕਿਹੜਾ ਸਿੱਖ ਚਾਹੁੰਦਾ ਕਿ ਮੈਂ ਗੁਰੂ ਦਾ ਵਚਨ ਨਾ ਮੰਨਾਂ? ਪਰ ਮੰਨਿਆ ਨਹੀਂ ਜਾਂਦਾ। ਤੇ ਕਿਉਂ ਨਹੀਂ ਮੰਨਿਆ ਜਾਂਦਾ? ਕਿਉਂਕਿ ਸਤਸੰਗ ਨਹੀਂ, ਪਤਾ ਨਹੀਂ ਲੱਗਾ ਕਿ ਗੁਰੂ ਕੀ ਹੁੰਦਾ, ਸਤਸੰਗ ਕੀ ਹੁੰਦਾ ਹੈ, ਅਜੇ ਤੱਕ ਸਮਝ ਨਹੀਂ ਆਈ। ਇਸੇ ਕਰਕੇ ਕਦੀ ਕਿਸੇ ਦੇ ਕਹਿੰਦੇ ਜਿਹਨੇ ਲਾਈ ਗੱਲੀ ਉਹਦੇ ਨਾਲ ਉੱਠ ਚੱਲੀ। ਸਾਰਾ ਸਫ਼ਰ ਆਪਣਾ ਇਸੇ ਤਰ੍ਹਾਂ ਹੀ ਕਹਿੰਦੇ ਰਹਿੰਦੇ ਆ। ਪਰ ਸਤਿਗੁਰਾਂ ਨੇ ਜਿਸ ਤਰ੍ਹਾਂ ਕਈ ਵਾਰੀ ਬੇਨਤੀ ਕੀਤੀ ਹੈ ਕਿ ਜਦੋਂ ਸਤਿਗੁਰਾਂ ਨੂੰ ਪਹਿਲਾਂ ਵਚਨ ਆਏ ਸੀ, ਕਰੋ ਰੀ ਕੋਈ ਸਤਸੰਗ ਆਜ ਬਣਾਏ। ਸਤਸੰਗ ਬਹੁਤ ਸੁਣੇ, ਪਰ ਕਿਹਾ ਕਿ ਅੱਜ ਸਤਸੰਗ ਦੇ ਵਿੱਚ, ਵੈਸੇ ਤਾਂ ਗੁਰਮਾਈ ਨੇ ਵੀ ਵਚਨ ਕਹੇ ਸੀ ਕਿ ਬਈ ਇੱਕ ਹੀ ਸਤਸੰਗ ਇਹਦੇ ਵਾਸਤੇ ਬਹੁਤ। ਜਦੋਂ ਇਹਨੂੰ ਸਮਝ ਆ ਗਈ, ਜਦੋਂ ਸਮਝ ਆ ਗਈ, ਇੱਕ ਹੀ ਸਤਸੰਗ ਨੇ ਇਹਦਾ ਬੇੜਾ ਪਾਰ ਲਾ ਦਿੱਤਾ। ਹੁਣ ਇਹ 'ਚ ਉਹਨਾਂ ਨੇ ਪਹਿਲਾਂ ਸਾਰਾ ਝੂਠ ਦਾ ਦੱਸਿਆ ਕਿ ਕਿਸ ਤਰ੍ਹਾਂ ਸਾਰਾ ਕਿ ਝੂਠੀ ਕਾਇਆ, ਝੂਠੀ ਮਾਇਆ, ਝੂਠਾ ਮਨ ਜੋ ਰਿਹਾ ਲੁਭਾਏ, ਸਭ ਕੁਝ ਦੱਸ ਕੇ ਤੇ ਅੱਗੇ ਕੀ ਪਰਦਾ ਖੋਲਿਆ ਕਿ ਸਤਿਗੁਰ ਸੱਚਾ, ਸਤਸੰਗ ਸੱਚਾ, ਨਾਮ ਸੱਚਾਈ ਕਹੂੰ ਕਿਆ ਕਰੇ। ਇਹ ਚੀਜ਼ਾਂ ਸਤਿਗੁਰ ਆਪਣੇ ਸਤਸੰਗ ਦੇ ਵਿੱਚ ਸਾਨੂੰ ਉਹਦਾ ਭੇਦ ਦੱਸਦੇ ਆ, ਫਿਰ ਅਸੀਂ ਉਸ ਨਾਮ ਵੱਲ ਤੁਰਦੇ ਹਾਂ। ਨਹੀਂ ਤੇ ਨਾਮ ਦਾ ਸਾਨੂੰ ਕੀ ਪਤਾ ਹੈ ਕਿ ਨਾਮ ਕੀ ਹੁੰਦਾ ਹੈ? ਬੜੀ ਦੁਨੀਆ ਨੇ ਨਾਮ ਲਿਆ, ਗੁਰੂ ਨਾਨਕ ਹੁੰਦੇ ਸੀ ਕਿ ਸਾਰੇ ਭਗਤ ਹੋ ਗਏ ਜਿਨ੍ਹਾਂ ਨੇ ਨਾਮ ਲਿਆ, ਇਹਨਾਂ ਸਾਰੇ ਤਰ ਗਏ। ਜਦੋਂ ਤੱਕ ਸਾਡੀ ਉਹ ਜਿਹੜੀਆਂ ਚੀਜ਼ਾਂ ਨਹੀਂ ਬਦਲਦੀਆਂ, ਉਸ ਅਸੀਂ ਰਸਤੇ 'ਤੇ ਨਹੀਂ ਆਉਂਦੇ ਤੇ ਕੁਛ ਨਹੀਂ ਹੁੰਦਾ। ਹਾਂਜੀ। ਸਤ ਸੰਗ ਸੱਚਾ, ਸਤ ਗੁਰ ਸੱਚਾ, ਨਾਮ ਸਚਾਈ ਕਿਆ ਕਹੂੰਗਾ। ਮਾਨ ਬਚਨ ਮੇਰਾ ਤੂੰ ਸਜਨੀ, ਜਨਮ ਮਰਨ ਤੇਰਾ ਛੁੱਟ ਜਾਏ। ਨਾਭ ਚੜ ਚਲੋ ਸ਼ਬਦ ਮੇ ਪੇਲੋ, ਰਾਧਾ ਸੁਆਮੀ ਕਹਿਤ ਬਜਾਏ। ਰਾਧਾ ਸੁਆਮੀ, ਰਾਧਾ ਸੁਆਮੀ। ਹੁਣ ਸਾਰਾ ਭੇਦ ਬਖਸ਼ ਕੇ, ਹਰ ਚੀਜ਼ ਦੇ ਬਾਰੇ ਬੜਾ ਖੋਲ ਕੇ ਦੱਸ ਕੇ ਹੁਣ ਫਰਮਾਉਂਦੇ ਨੇ, ਮਾਨ ਬਚਨ ਮੇਰਾ ਤੂੰ ਸਜਣੀ। ਜਿਸ ਤਰ੍ਹਾਂ ਇੱਕ ਮਾਤਾ ਪਿਤਾ ਆਪਣੇ ਬੱਚੇ ਨੂੰ, ਇੱਕ ਦੋਸਤ ਆਪਣੇ ਦੋਸਤ ਨੂੰ
ਸਮਝਾਉਂਦਾ ਹੈ। ਇਸੇ ਤਰ੍ਹਾਂ ਹੀ ਬੜੇ ਪਿਆਰ ਦੇ ਨਾਲ ਸਾਨੂੰ ਫਰਮਾ ਰਹੇ ਨੇ ਕਿ ਪਤਾ ਤਾਂ ਸਭ ਕੁਝ ਲੱਗ ਗਿਆ, ਜਿਸ ਤਰ੍ਹਾਂ ਸਤਸੰਗ ਦੀ ਪਹਿਲਾਂ ਕੀਤੀ ਕਿ ਸਭ ਕੁਝ ਸੁਣ ਲਿਆ, ਸਭ ਕੁਝ ਕਰ ਲਿਆ, ਪਰ ਜਦੋਂ ਤੱਕ ਮੰਨਦੇ ਨਹੀਂ ਉਦੋਂ ਤੱਕ ਤੇ ਕੋਈ ਫਾਇਦਾ ਨਹੀਂ ਹੋਣਾ। ਇਸ ਕਰਕੇ ਲਾਸਟ ਤੇ ਸਾਨੂੰ ਕਹਿ ਰਹੇ ਨੇ, ਮਾਨ ਬਚਨ ਮੇਰਾ ਤੂੰ ਸਜਣੀ, ਜਨਮ ਮਰਨ ਤੇਰਾ ਛੁੱਟ ਜਾਏ। ਕਿਉਂਕਿ ਮੰਨੇ ਹੁਕਮ ਹੋਏ ਪ੍ਰਵਾਨ, ਮੰਨੇ ਕੀ ਗਤ ਕਹੇ ਨਾ ਜਾਏ। ਮੰਨਣ ਤੇ ਗੱਲ ਨਿਬੜਦੀ। ਜਦੋਂ ਤੱਕ ਮੰਨਦੇ ਨਹੀਂ ਉਦੋਂ ਤੱਕ ਚਾਹੇ ਸਭ ਕੁਝ ਪਤਾ ਹੋਵੇ, ਡਾਕਟਰ ਦੇ ਕਹੇ ਤਾਂ ਸਭ ਕੁਝ ਪਤਾ ਹੋਵੇ, ਯਾਦ ਵੀ ਹੋਵੇ ਕਿ ਡਾਕਟਰ ਨੇ ਆਹ ਕਿਹਾ ਹੈ ਕਿ ਆਹ ਬਿਮਾਰੀ ਹੈ, ਇਹ ਦਵਾਈ ਹੈ, ਇਹ ਦਵਾਈ ਖਾਏਗਾ ਫਿਰ ਫਰਕ ਪਏਗਾ, ਆਹ ਪਰਹੇਜ਼ ਕਰੇਗਾ ਫਿਰ ਫਾਇਦਾ, ਪਰ ਜਦੋਂ ਤੱਕ ਮੰਨਦੇ ਨਹੀਂ ਉਦੋਂ ਤੱਕ ਤੇ ਉਹ ਚੀਜ਼ਾਂ ਅਸਰ ਨਹੀਂ ਕਰਨਗੀਆਂ। ਇਸੇ ਤਰ੍ਹਾਂ ਗਿਆਨ ਤਾਂ ਸਾਨੂੰ ਬਹੁਤ ਹੋ ਗਿਆ, ਪਤਾ ਸਭ ਕੁਝ ਹੀ ਹੈ। ਕੋਈ ਵੀ ਐਸਾ ਕੋਈ ਗੁਰੂ ਦਾ ਬੱਚਾ ਨਹੀਂ ਜਿਹਨੂੰ ਕੋਈ ਗਿਆਨ ਨਹੀਂ ਹੈਗਾ ਜਾਂ ਪਤਾ ਨਹੀਂ ਹੈਗਾ ਕਿ ਕੀ ਸਹੀ ਹੈ ਕੀ ਗਲਤ ਹੈ। ਲੇਕਿਨ ਕਈ ਚੀਜ਼ਾਂ ਦੇ ਵਿੱਚ ਪੈ ਕੇ ਤੇ ਅਸੀਂ ਆਪਣਾ ਜਿਹੜਾ ਜੀਵਨ ਬਰਬਾਦ ਕਰ ਲੈਂਦੇ। ਮੈਂ ਕਈ ਵਾਰੀ ਦੱਸਿਆ ਕਿ ਬਈ ਸਭ ਤੋਂ ਜ਼ਰੂਰੀ ਕੀ ਹੈ, ਗੁਰੂ ਦਾ ਵਚਨ ਮੰਨਣਾ। ਅਸੀਂ ਕਈ ਵਾਰੀ ਐਵੇਂ ਨੁਕਸਾਨ ਉਠਾ ਲੈਂਦੇ, ਐਵੇਂ ਮਤਲਬ ਕੋਈ ਗੱਲਾਂ ਬਾਤ ਕੋਈ ਹੁੰਦਾ ਵੀ ਨਹੀਂ। ਮਤਲਬ ਮੈਂ ਕੱਲ੍ਹ ਵੀ ਕੋਈ ਗੁਰਮਤਿ ਦੇ ਬੱਚੇ ਕੋਈ ਕਿਸੇ ਨਾਲ ਕੋਈ ਗੱਲ ਕਰ ਰਿਹਾ ਸੀ ਕਿ ਕਈ ਵਾਰੀ ਅਸੀਂ ਕਹਿ ਦਿੰਦੇ ਕਿਸੇ ਦਾ ਦਿਲ ਰੱਖਣ ਵਾਸਤੇ। ਗੁਰਮਤਿ ਨੇ ਕਿੰਨੀ ਵਾਰੀ ਫਰਮਾਇਆ ਕਈ ਵਚਨ ਕਿ ਬਈ ਗੁਰੂ ਦਾ ਬਚਨ ਜਿਹੜਾ ਆ, ਗੁਰੂ ਕਹਿੰਦਾ ਗੁਰੂ ਦਾ ਬਚਨ ਮਾਨ ਪਿਆਰੇ। ਲੇਕਿਨ ਅਸੀਂ ਫਿਰ ਵੀ ਉਹਦੇ ਮਗਰ ਅਸੀਂ ਆਪਣੇ ਮਨ ਦੇ ਮਗਰ ਹੀ ਚੱਲੇ ਜਾਂਦੇ, ਮਨ ਦੇ ਅਸੀਂ ਮੰਨਦੇ ਹੀ ਆਪਣੀ। ਉਹਨੇ ਸਾਫ਼ ਹੀ ਕਹਿ ਦਿੱਤਾ ਕਿ ਇਹ ਮਨ ਜਿਹੜਾ ਹੈ ਕਿ ਜੇ ਮਨ ਦੁਸ਼ਟ ਕਾਲ ਕਾ ਚੇਰਾ, ਜੇ ਨਹੀਂ ਸੁਣਤਾ ਗੁਰੂ ਕੇ ਬੈਨ, ਜੇ ਨਹੀਂ ਚੜਤਾ ਗੁਰੂ ਕੀ ਨਾਮ। ਇਹ ਗੁਰੂ ਦੇ ਪਾਸੇ ਹੋਰ ਵਾਲੇ ਪਾਸੇ ਆਉਂਦਾ ਨਹੀਂ, ਸੁਣਦਾ ਸਭ ਕੁਝ, ਕਰਦਾ ਸਭ ਕੁਝ, ਮੰਨਦਾ ਆਪਣੇ ਮਨ ਦੀ। ਲੇਕਿਨ ਅਸੀਂ ਉਹਨਾਂ ਆਪਣੇ ਨਿਸ਼ਾਨੇ ਤੋਂ ਦੂਰ ਚਲੇ ਜਾਂਦੇ। ਫਿਰ ਜਦੋਂ ਜਿਸ ਤਰ੍ਹਾਂ ਬੀਜ ਬੀਜਿਆ ਹੈ, ਹਰ ਇੱਕ ਬੀਜ ਦਾ ਇੱਕ ਸਮਾਂ ਹੁੰਦਾ ਹੈ। ਬੀਜ ਉਗਣਾ ਜ਼ਰੂਰ ਹੈ, ਬੀਜ ਜੋ ਵੀ ਆ ਉਹਦਾ ਉਹ ਚੀਜ਼ ਜਿਹੜੀ ਬੀਜੀ ਉਹ ਮਿਲਣੀ ਜ਼ਰੂਰ ਹੈ। ਹੁਣ ਜੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਪਤਾ ਹੈ ਕਿ ਸਾਨੂੰ 4 ਸਾਲ ਹੋ ਗਏ ਨੇ ਆਲੂ ਬੀਜਦੇ ਆ ਤੇ ਸਾਨੂੰ 4 ਸਾਲ ਸਾਡੇ ਘਰਾਂ ਦੇ ਵਿੱਚ ਆਲੂ ਦੇ ਅੰਬਾਰ ਲੱਗੇ। ਜੇ ਅਸੀਂ ਚਾਹੁੰਦੇ ਹਾਂ ਕਿ ਹੁਣ ਸਾਡੇ ਘਰ ਜਵਾਰ ਆਏ, ਹੁਣ ਸਾਡੇ ਘਰ ਕਣਕ ਆਵੇ, ਤੇ ਫਿਰ ਬਈ ਉਹ ਬੀਜੀ। ਹੁਣ ਜੇ ਅਸੀਂ ਦੁਨੀਆ ਦੇ ਵਿੱਚ ਰਹਿੰਦੇ ਹਾਂ, ਸਾਨੂੰ ਕੁਝ ਲੱਗ ਰਿਹਾ ਹੈ ਕਿ ਬਈ ਸਾਨੂੰ ਕੁਝ ਕਸ਼ਟ ਮਿਲ ਰਹੇ ਨੇ, ਸਾਨੂੰ ਕੁਝ ਅੱਛਾ ਨਹੀਂ ਮਿਲ ਰਿਹਾ, ਸਾਨੂੰ ਕੁਝ ਇਸ ਤਰ੍ਹਾਂ ਦੀ ਚੀਜ਼ ਚੱਲ ਰਹੀਆਂ ਨੇ, ਤੇ ਫਿਰ ਉਹ ਬੀਜਣਾ ਬੰਦ ਕਰੀਏ, ਕੁਝ ਹੋਰ ਚੀਜ਼ ਟਰਾਈ ਕਰੀਏ ਜੋ ਅਸੀਂ ਚਾਹੁੰਦੇ ਹਾਂ। ਜੋ ਉਹੀ ਬੀਜੀ ਜਾ ਰਹੇ ਆ, ਉਹੀ ਵੱਢਣਾ ਪੈ ਰਿਹਾ ਹੈ, ਤੇ ਫਿਰ ਉਹ ਸਮਝਦਾਰੀ ਕਿੱਥੇ ਹੋਈ। ਹੁਣ ਗੁਰੂ ਸਾਨੂੰ ਦੱਸ ਦਿੰਦਾ ਕਿ ਬਈ ਆਹ ਕੰਮ ਕਰ ਛੱਡ। ਇਸੇ ਕਰਕੇ ਕਈ ਵਾਰੀ ਬੇਨਤੀ ਕਰੀਦੀ ਹੈ ਨਾ ਕਿ ਬਈ ਗੁਰਮਤਿ ਦੇ ਜੋ ਵਚਨ ਸੀ, ਜੋ ਸਤਿਗੁਰੂ ਵਚਨ ਫਰਮਾਉਂਦੇ ਨੇ ਕਿ ਬਈ ਨਿੰਦਾ ਚੁਗਲੀ ਨਹੀਂ ਕਰਨੀ, ਈਰਖਾ ਦਵੇਸ਼ ਨਹੀਂ ਰੱਖਣਾ, ਸੇਵਾ ਵੱਲ ਮਨ ਲਗਾਓ। ਕਿਸੇ ਨੂੰ ਵੀ ਕੋਈ ਇਹ ਨਹੀਂ, ਕੋਈ ਗੁਰਮਤਿ ਦੇ ਜਦੋਂ ਸੇਵਾ ਦੇ ਵਿੱਚ ਆ ਗਏ ਉਦੋਂ ਕੋਈ ਆਪਣਾ ਨਹੀਂ, ਕੋਈ ਉਦੋਂ ਬਗਾਨਾ ਨਹੀਂ, ਸਾਰਿਆਂ ਨੂੰ ਇੱਕੋ ਅੱਖ ਨਾਲ ਦੇਖਣਾ। ਫਿਰ ਇਹਦੇ ਵਿੱਚ ਕੋਈ ਮਾਣ ਵਡਾਈ ਵੱਡੇ ਬਣਨ ਵਾਸਤੇ ਨਹੀਂ ਆਉਣਾ, ਸੇਵਾ ਸੇਵਾਦਾਰ ਬਣਨ ਵਾਸਤੇ ਕਰੀਦੀ, ਸੇਵਾ ਵੱਡੇ ਬਣਨ ਵਾਸਤੇ ਨਹੀਂ ਕਰੀਦੀ। ਲੇਕਿਨ ਅਸੀਂ ਕਹਿੰਦੇ ਸੇਵਾਦਾਰ ਆ ਤੇ ਬਣਦੇ ਵੱਡੇ, ਉਹ ਗੱਲ ਬਣਦੀ ਨਹੀਂ। ਆਪਣੇ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਕਿ ਗੱਲਾਂ ਬਾਤਾਂ ਦੀ ਗੱਲ ਹੁੰਦੀ ਹੈ, ਤੇ ਤਾਂ ਵੀ ਅਸੀਂ ਕਹਿੰਦੇ ਹਾਂ ਦਵਿੰਦਰ ਹੋ ਜੀ ਨੋਟਾ ਸੇਵਾ ਦੇ ਵਿੱਚ ਹਮੇਸ਼ਾ ਧਿਆਨ ਰੱਖੀਏ। ਅਸੀਂ ਮੈਨੂੰ ਕਈ ਵਾਰੀ ਬਾਹਰੋਂ ਕੋਈ ਸੇਵਾਦਾਰ ਅਸੀਂ ਮਿਲਦੇ ਨੇ, ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ। ਮੈਂ ਜਿਹੜੀ ਗੱਲ ਦੱਸ ਰਿਹਾ ਕਿ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਲੈਣਾ ਦੇਣਾ ਕੁਛ ਨਹੀਂ ਹੁੰਦਾ। ਮੰਨ ਲਓ ਕਿ ਕਿਸੇ ਦਾ ਰਿਸ਼ਤੇਦਾਰ ਹੀ ਆਇਆ, ਇੱਥੇ ਕੋਈ ਆਇਆ ਹੈ, ਕੋਈ ਬੰਦਾ, ਉਹਨੂੰ ਕੋਈ ਬੀਬੀ ਮਿਲੀ ਜਿਹੜੀ ਉਹਦੇ ਨਾਲ 10 ਸਾਲ ਪਹਿਲਾਂ ਸੇਵਾ ਕਰਦੀ ਸੀ। ਹੁਣ ਉਹ ਬੀਬੀ 10 ਸਾਲ ਬਾਅਦ ਮਿਲੀ ਹੈ, ਉਹਦਾ ਇਹਨਾਂ 10 ਸਾਲਾਂ ਦੇ ਵਿੱਚ ਕਈ ਬਦਲਾਵ ਆਏ ਘਰ ਦੇ ਵਿੱਚ। ਉਹਨੇ ਮੁੰਡਾ ਵਿਆਹ ਲਿਆ, ਉਹਨੇ ਕੁੜੀ ਵਿਆਹ ਲਈ, ਉਹਨੇ ਕਈ ਕੁਛ ਕਰ ਲਿਆ, ਉਹ ਆਪਣੇ ਘਰ ਹੈ। ਹੁਣ ਉਹਨੇ ਲੈਣਾ ਦੇਣਾ ਕੁਛ ਨਹੀਂ, ਨਾ ਉਹਨੇ ਮੁੰਡਾ ਵੇਖਿਆ, ਨਾ ਉਹਨੇ ਕੁੜੀ ਵੇਖੀ, ਨਾ ਕੁਛ ਦੇਖਿਆ। ਹੁਣ ਆ ਕੇ ਬੈਠੇ ਸੇਵਾ ਦੇ ਵਿੱਚ, ਸੇਵਾ ਕਰਦਿਆਂ ਕਰਦਿਆਂ ਗੱਲਾਂ ਸ਼ੁਰੂ ਹੋ ਗਈਆਂ, ਤੇ ਸੇਵਾ ਕਰਦਿਆਂ ਕਰਦਿਆਂ ਗੱਲਾਂ ਦੇ ਵਿੱਚੋਂ ਗੱਲ ਨਿਕਲ ਆਈ, ਹੋਰ ਬੱਚਿਆਂ ਦਾ ਕੀ ਹਾਲ ਹੈ, ਬੱਚੇ ਵਿਆਹ ਦਿੱਤੇ। ਕਿੱਥੋਂ ਗੱਲ ਸ਼ੁਰੂ ਹੋਈ? ਆਮ ਇੱਕ ਛੋਟੀ ਗੱਲ,
ਹੁਣ ਸਤਿਗੁਰਾਂ ਨੇ ਸਾਨੂੰ ਉੱਥੇ ਹੀ ਸਾਡਾ ਅੰਕੁਸ਼ ਲਗਾ ਦਿੱਤਾ ਸੀ ਕਿ ਬਈ ਸੇਵਾ ਦੇ ਵਿੱਚ ਸੇਵਾ ਦੀ ਗੱਲ ਕਰਨੀ, ਗੁਰੂ ਦੀ ਗੱਲ ਕਰਨੀ ਹੈ, ਇਹਦੇ ਉੱਧਰ ਦੀਆਂ ਗੱਲਾਂ ਨਹੀਂ ਕਰਨੀਆਂ। ਪਰ ਅਸੀਂ ਇਹ ਕਹੀਏ ਕਿਹੜੀ ਗੱਲ ਹੈ, ਕੋਈ ਮਾੜੀ ਬੜਾ ਕਰ ਰਹੇ ਹਾਂ, ਇਹ ਤਾਂ ਨੋਰਮਲ ਗੱਲਾਂ ਨੇ, ਵੈਸੇ ਹੀ ਗੱਲਾਂ ਹੋ ਰਹੀਆਂ ਨੇ। ਹੁਣ ਗੱਲ ਸ਼ੁਰੂ ਹੋਈ, ਪੁੱਛਿਆ ਕਿ ਬੱਚੇ ਦਾ ਕੀ ਹਾਲ ਹੈ, ਵਿਆਹ ਤਾਂ ਉਹਨੂੰ ਹੋ ਗਿਆ ਠੀਕ ਠਾਕ, ਉਹ ਪੜ੍ਹ ਲਿਖ ਗਿਆ, ਵਿਆਹ ਕਰਤਾ ਉਹਦਾ। ਅੱਛਾ, ਕਦੋਂ ਨਾ ਕਰਤਾ? ਹੋ ਗਏ 2 ਸਾਲ ਹੋ ਗਏ। ਅੱਛਾ, ਹੌਲੀ ਹੌਲੀ ਗੱਲਾਂ ਸ਼ੁਰੂ ਹੋਈਆਂ, ਕਰਦਿਆਂ ਕਰਦਿਆਂ ਨੂੰਹ ਤੱਕ ਆ ਗਈ। ਹੁਣ ਨੂੰਹ ਉਹਨੇ ਵੇਖੀ ਵੀ ਨਹੀਂ ਹੈਗੀ, ਉਹਨੂੰ ਮਿਲੀ ਵੀ ਨਹੀਂ ਹੈਗੀ, ਉਹਦੇ ਨੂੰਹ ਦੇ ਖਾਨਦਾਨ ਦਾ ਨਹੀਂ ਪਤਾ, ਪਰ ਉਹਦੇ ਨਾਲ ਗੱਲਾਂ ਸ਼ੁਰੂ ਹੋ ਗਈਆਂ। ਮੁੰਡਾ ਤੇ ਬੜਾ ਪੜ੍ਹਿਆ ਲਿਖਿਆ, ਨੂੰਹ ਮਾੜੀ ਮਿਲ ਗਈ, ਐਡੀ ਵਧੀਆ ਨਹੀਂ ਹੈਗੀ। ਹੁਣ ਉੱਥੋਂ ਗੱਲਾਂ ਸ਼ੁਰੂ ਹੋ ਗਈਆਂ, ਕਰਦਿਆਂ ਕਰਦਿਆਂ ਉੱਠਦੀ ਬੜਾ ਲੇਟ ਆ, ਉਹਨੂੰ ਕੁਛ ਬਣਾਉਣਾ ਨਹੀਂ ਆਉਂਦਾ, ਏਦਾਂ ਕਰਦੀ ਆ। ਮੈਂ ਤਾਂ ਉਹਦੇ ਦੁੱਖੋਂ ਹੀ ਆ ਗਈ ਸੇਵਾ ਦੇ ਵਿੱਚ। ਹੁਣ ਜਦੋਂ ਉਹ ਕਰਦੀ ਪਈ ਆ ਤੇ ਉਹਨੇ ਵੀ ਨਾਲ ਕੋਈ ਨਾ ਕੋਈ ਹੰਗਾਰਾ ਵੀ ਭਰਨਾ, ਨਾਲ ਨਾਲ ਕੁਛ ਕਹਿਣਾ ਵੀ। ਇਸੇ ਤਰ੍ਹਾਂ ਕੋਈ ਮੁੰਡੇ ਦੀ ਗੱਲ, ਕੁੜੀ ਦੀ ਗੱਲ ਹੋ ਗਈ, ਕੁੜੀ ਨੂੰ ਤਾਂ ਵਿਆਹ ਆਈ, ਕੁੜੀ ਬੜੀ ਪੜ੍ਹੀ ਲਿਖੀ, ਉਹ ਫਲਾਣੇ ਦੇ ਘਰ ਚਲੀ ਗਈ, ਬੜੀ ਦੁਖੀ ਕੀਤੀ ਉਹਨਾਂ ਨੇ। ਕਰਦਿਆਂ ਕਰਦਿਆਂ ਮਤਲਬ ਲੈਣਾ ਦੇਣਾ ਕੁਛ ਨਹੀਂ, ਉਹਨੂੰ ਦੇਖਿਆ ਤੱਕ ਨਹੀਂ, ਉਹਨੂੰ ਉਸ ਬੰਦਿਆਂ ਨੂੰ ਕਿ ਕਿਸੇ ਨੂੰ ਕਿੱਥੇ ਵਿਆਹੇ ਕਿੱਥੇ ਨਹੀਂ, ਪਰ ਉਹਦੀ ਨਿੰਦਿਆ ਦੇ ਵਿੱਚ ਅਸੀਂ ਸ਼ਾਮਲ ਹੋ ਗਏ। ਫਿਰ ਅਸੀਂ ਕਹਿਣਾ ਅਸੀਂ ਕੀ ਕੀਤਾ, ਅਸੀਂ ਤਾਂ ਕੁਛ ਵੀ ਨਹੀਂ ਕੀਤਾ। ਜਾਣਾ ਕਿੱਧਰ ਨੂੰ ਸੀ, ਚਲੇ ਕਿੱਧਰ ਨੂੰ ਗਏ। ਇੱਕ ਵਾਰੀ ਕੋਈ ਰਸਤੇ ਦੇ ਵਿੱਚ ਕੋਈ ਬੰਦਾ ਖੜਾ ਸੀ ਤੇ ਕੋਈ ਸਕੂਟਰ ਤੇ ਕੋਈ ਬੰਦਾ ਆ ਗਿਆ ਦੂਸਰੇ ਪਾਸੋਂ, ਉਹ ਬੜੀ ਦੇਰ ਤੱਕ ਮੈਂ ਇਸ ਨਾਲ ਖੜਾ ਹੋ ਕੇ ਵੇਖਦਾ ਪਿਆ, ਕਦੀ ਇੱਧਰ ਕਦੀ ਇੱਧਰ ਦੇਖਦਾ ਪਿਆ। ਇੱਕ ਸਕੂਟਰ ਤੇ ਆਇਆ ਬੰਦਾ, ਉਹਦੇ ਲਾਗੇ ਆਣ ਕੇ ਖਿਲਾਰਿਆ, ਕਹਿੰਦਾ ਭਾਈ ਸਾਹਿਬ ਬੈਠੋ, ਮੈਂ ਤੁਹਾਨੂੰ ਛੱਡਣਾ ਘਰ ਜਿੱਥੇ ਜਾਣਾ। ਇੱਕ ਵਾਰੀ ਕਹਿੰਦਾ ਨਹੀਂ ਭਾਈ ਸਾਹਿਬ ਨਹੀਂ, ਤੁਸੀਂ ਜਾਓ, ਕੋਈ ਗੱਲ ਨਹੀਂ। ਕਹਿੰਦਾ ਨਹੀਂ ਭਾਈ ਸਾਹਿਬ ਇਹ ਕਿਹੜੀ ਗੱਲ ਹੈ, ਇੰਨੀ ਗਰਮੀ, ਇੰਨੀ ਧੁੱਪੇ ਤੁਸੀਂ ਖੜੇ ਹੋ, ਬੈਠੋ ਮੈਂ ਤੁਹਾਨੂੰ ਛੱਡਣਾ। ਬੜੇ ਪਿਆਰ ਨਾਲ ਕਿਹਾ, ਬੈਠ ਗਿਆ ਸਕੂਟਰ ਦੇ ਉੱਤੇ, ਬੈਠ ਗਿਆ, ਚੱਲ ਪਏ। 2-3 ਕਿਲੋਮੀਟਰ ਦੂਰ ਚਲੇ ਗਏ ਤੇ ਉਹ ਬੰਦਾ ਪੁੱਛਣ ਲੱਗਾ ਜਿਹੜਾ ਸਕੂਟਰ ਚਲਾ ਰਿਹਾ ਹੈ, ਕਹਿੰਦਾ ਭਾਈ ਸਾਹਿਬ ਇਹ ਕਿੱਥੇ ਜਾਣਾ, ਕਿੱਥੇ ਤੁਸੀਂ, ਮੈਂ ਤੁਹਾਨੂੰ ਕਿੱਥੇ ਤਾਰਾਂ ਤੁਹਾਨੂੰ? ਕਹਿੰਦਾ ਕੋਈ ਨਹੀਂ, ਜਿੱਥੇ ਮਰਜ਼ੀ ਤਾਰ ਦਿਓ, ਕੋਈ ਗੱਲ ਨਹੀਂ। ਕਹਿੰਦਾ ਨਹੀਂ ਫਿਰ ਵੀ ਮੈਂ ਤੁਹਾਨੂੰ ਬਿਠਾਇਆ, ਜਿੱਥੇ ਕਹੋ ਉੱਥੇ ਤਾਰ, ਕਿੱਥੇ ਉਤਰਨਾ ਕਿੱਥੇ ਹੈ? ਕਹਿੰਦਾ ਨਹੀਂ ਮੈਂ ਇੱਧਰ ਨੂੰ ਤਾਂ ਨਹੀਂ ਆਉਣਾ, ਤੇ ਜਾਣਾ ਤਾਂ ਮੈਂ ਦੂਜੇ ਪਾਸੇ ਨੂੰ, ਇੱਧਰ ਨੂੰ ਤਾਂ ਮੈਂ ਜਾਣਾ ਹੀ ਨਹੀਂ ਸੀ ਹੈਗਾ। ਤੇ ਕਹਿੰਦਾ ਭਾਈ ਸਾਹਿਬ ਭਲੇ ਵਾਸਤੇ ਫਿਰ ਬਹਿ ਕਿਉਂ ਗਿਆ ਮੇਰੇ ਨਾਲ? ਕਹਿੰਦਾ ਤੁਸੀਂ ਆਖਿਆ ਹੀ ਬੜੇ ਪਿਆਰ ਨਾਲ, ਮੈਂ ਤੁਹਾਡੇ ਨਾਲ ਬਹਿ ਗਿਆ, ਨਾ ਹੀ ਨਹੀਂ ਕਰ ਸਕਿਆ। ਹੁਣ ਜਾਣਾ ਇੱਧਰ ਸੀ, ਚਲਾ ਇੱਧਰ ਗਿਆ 2 ਕਿਲੋਮੀਟਰ, ਉਹ ਇੱਧਰੋਂ 2 ਕਿਲੋਮੀਟਰ ਆਪਣੇ ਘਰ ਤੱਕ ਪਹੁੰਚਣਾ ਸੀ, ਇੱਧਰੋਂ 2 ਕਿਲੋਮੀਟਰ ਦੂਜੇ ਪਾਸੇ ਚਲਾ ਗਿਆ, ਸਫ਼ਰ ਕਿੰਨਾ ਹੋ ਗਿਆ? 4 ਕਿਲੋਮੀਟਰ। ਉਹਨਾਂ ਦੂਰ ਹੋ ਗਿਆ ਆਪਣੇ ਨਿਸ਼ਾਨੇ ਤੋਂ। ਹੁਣ ਅਸੀਂ ਆਏ ਹਾਂ ਕੋਈ ਫਾਇਦਾ ਲੈਣ ਵਾਸਤੇ ਸੇਵਾ ਦੇ ਵਿੱਚ, ਕਿ ਸਾਡਾ ਕੋਈ ਫਾਇਦਾ ਹੋਵੇ, ਜਾਂ ਅਸੀਂ ਸਿਮਰਨ ਵੀ ਕਰਦੇ ਹਾਂ ਤੇ ਉਹ ਕਾਹਦੇ ਵਾਸਤੇ ਕਰਦੇ ਹਾਂ ਕਿ ਬਈ ਸਤਿਗੁਰਾਂ ਦੀ ਖੁਸ਼ੀ ਮਿਲੇ। ਕੋਈ ਵੀ ਕੰਮ ਕਰਦੇ ਕਾਹਦੇ ਵਾਸਤੇ? ਆਪਣੇ ਨਿਸ਼ਾਨੇ ਵੱਲ ਜਾਣ ਵਾਸਤੇ। ਪਰ ਕੋਈ ਪਿਆਰ ਦੇ ਨਾਲ ਹੀ ਸਾਨੂੰ ਆਣ ਕੇ ਕਹਿ ਦਿੰਦਾ ਹੈ, ਅਸੀਂ ਬਹਿ ਜੰਨੇ ਉਹਦੇ ਨਾਲ ਸਕੂਟਰ ਦੇ ਉੱਤੇ, ਬਸ ਜਾ ਕੇ 4 ਕਿਲੋਮੀਟਰ ਦੂਰ, ਕਹਿੰਦੇ ਸਾਡਾ ਤਾਂ ਕੋਈ ਮਤਲਬ ਹੀ ਨਹੀਂ ਸੀ ਨਾ, ਉਹਦੇ ਘਰ ਤੋਂ ਕੁਛ ਨਹੀਂ ਲੈਣਾ, ਉਹਦੇ ਬੱਚਿਆਂ ਤੋਂ ਕੁਛ ਨਹੀਂ ਲੈਣਾ, ਕਿਸੇ ਚੀਜ਼ ਤੋਂ ਕੁਛ ਨਹੀਂ ਲੈਣਾ, ਪਰ ਐਵੇਂ ਵਾਧੂ ਹੀ ਨਿੰਦਿਆ ਸੁਣ ਕੇ, ਨਿੰਦਿਆ ਕਰਕੇ ਉੱਥੇ ਆਪਣਾ ਭਾਰ ਚੜਾ ਲਿਆ। ਹੁਣ ਇਸ ਤਰ੍ਹਾਂ ਹੁੰਦਾ ਕੀ ਹੈ, ਇੱਕ ਦੂਜੇ ਦਾ ਦਿਲ ਰੱਖਣ ਵਾਸਤੇ ਹੀ ਅਸੀਂ ਨੁਕਸਾਨ ਨਸਾਏ, ਪਰ ਗੁਰੂ ਦਾ ਦਿਲ ਨਹੀਂ ਰੱਖਿਆ। ਗੁਰੂ ਸਾਡੇ ਭਲੇ ਵਾਸਤੇ ਕਹਿੰਦਾ ਪਿਆ ਹੈ, ਉਹਦੀ ਫਿਰ ਵੀ ਨਹੀਂ ਮੰਨੀ ਜਾ ਰਹੀ। ਤੇ ਜਿਹੜੇ ਸਾਡੇ ਨੁਕਸਾਨ ਕਰਨ ਵਾਸਤੇ ਆ, ਉਹਨਾਂ ਨਾਲ ਸਾਨੂੰ ਯਾਦ, ਕਿਉਂਕਿ ਪਹਿਲਾਂ ਉਹਨੇ ਫਰਮਾਇਆ ਕਿ ਇਹ ਜਿਹੜਾ ਸਾਰੇ ਜਿੰਨੇ ਦੁਨੀਆ ਝੂਠ ਹੈ, ਸਤਸੰਗ ਸੱਚਾ, ਸਤਿਗੁਰ ਸੱਚਾ ਕਰ ਦਿੱਤਾ ਕਿ ਉਹ ਇੱਕ ਸੱਚਾ ਨਾਤਾ ਹੈ। ਇਸ ਕਰਕੇ ਸਤਿਗੁਰ ਨੇ ਬਾਣੀ ਚ ਵੀ ਕਿਹਾ ਕਿ ਮਿੱਤਰ ਤੇਰਾ ਕੋਈ ਨਹੀਂ ਸੰਗੀਆਂ ਨੂੰ, ਸਾਫ ਹੀ ਕਹਿੰਦਾ ਕਿ ਮਿੱਤਰ ਤੇਰਾ ਕੋਈ ਨਹੀਂ ਸੰਗੀਆਂ में, ਕਿਉਂ ਪੜਾ ਹੋਵੇ ਇਹਨਾਂ ਠੱਗੀਆਂ ਨੂੰ। ਉਹ ਤਾਂ ਕਹਿੰਦੇ ਇਹ ਤੇ ਬਈ ਸਾਰੇ, ਮੈਂ ਜਦੋਂ ਪਹਿਲਾਂ ਬੇਨਤੀ ਕੀਤੀ ਕਿ ਠੱਗ ਅਸੀਂ ਸਾਰੇ ਹੀ, ਹਰ ਇੱਕ ਉਦੋਂ ਤੱਕ ਕੋਈ ਉਹਨੂੰ ਕੋਈ ਘਾਤ ਲਗਾ ਕੇ ਬੈਠਾ ਕਦੋਂ ਠੱਗੀ ਵੱਜੇ, ਬਸ ਜਿੰਨਾ ਦੇ ਸਾਡਾ ਕਿਸੇ ਨਾਲ ਮਤਲਬ ਹੈ ਉਨੀ ਦੇਰ ਅਸੀਂ ਉਹ ਘਾਤ ਲਗਾਈ ਬੈਠੇ ਰਹਿੰਦੇ। ਪਰ ਸੱਜਣ ਮਿੱਤਰ ਕਿਹਨੂੰ ਕਹਿੰਦੇ? ਉਹ ਸਤਿਗੁਰਾਂ ਨੇ ਦੱਸਿਆ ਕਿ ਸੱਜਣ ਸੋਈ ਜੋ ਚਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਉੱਥੇ ਹਾਜ਼ਰ ਪਏ ਦੇ ਸਨ। ਸੱਜਣ ਉਹ ਨਹੀਂ ਹੈ ਕਿ ਜਦੋਂ ਉਹਨੂੰ ਲੋੜ ਹੈ ਤਾਂ ਉਦੋਂ ਤਾਂ ਸਾਡਾ ਸੱਜਣ ਹੈ, ਜਦੋਂ ਸਾਨੂੰ ਲੋੜ ਪਵੇ ਤਾਂ ਸੱਜਣ ਦਾ ਹੋ ਜਾਵੇ, ਉਹ ਕਹਿੰਦਾ ਸੱਜਣ। ਕਹਿੰਦੇ ਜਿੱਥੇ ਲੇਖਾ ਮੰਗੀ, ਜਦੋਂ ਸਾਨੂੰ ਲੋੜ ਪਵੇ ਉਦੋਂ ਸਾਡੇ ਨਾਲ ਖੜਾ ਹੋਵੇ, ਉਹ ਸੱਜਣ। ਉਹ ਸੱਜਣ ਇੱਕ ਸਤਿਗੁਰ ਹੀ ਹੈ। ਚਾਹੇ ਉਹਨਾਂ ਦੇ ਵਚਨ ਮੰਨਦੇ ਆ, ਚਾਹੇ ਨਹੀਂ ਮੰਨਦੇ, ਚਾਹੇ ਉਹਨਾਂ ਨਾਲ ਅੰਦਰੋਂ ਅੰਦਰ ਵਿਦਰੋਹ ਕਰੀ ਜਾਂਦੇ, ਅੰਦਰੋਂ ਅੰਦਰ ਘਾਤ ਲਗਾਈ ਬੈਠੇ ਹੁੰਦੇ ਆ, ਪਰ ਉਹ ਫਿਰ ਵੀ ਸਭ ਕੁਝ ਜਾਣਦੇ ਹੋਏ ਸਾਡਾ ਅੱਲਾ ਨਹੀਂ ਸਾਨੂੰ ਛੱਡਦੇ ਨਹੀਂ। ਕਹਿੰਦੇ ਜੈਸਾ ਤੈਸਾ ਪਤ ਕੀ ਆਇਆ ਗੁਰੂ ਕੀ ਓਟ, ਗਾਂਧੀ ਬਾਦੇ ਸ਼ਬਦ ਕੀ ਫਿਰ ਨਹੀਂ ਪਰਖੇ ਖੋਟ। ਫਿਰ ਨਹੀਂ ਉਹਨੂੰ ਗਣਾਉਂਦੇ ਨਹੀਂ ਆ ਕਿ ਤੂੰ ਆਹ ਕੀਤਾ, ਤੂੰ ਉਹ ਕੀਤਾ, ਮੈਂ ਤੇਰਾ ਸਾਥ ਨਹੀਂ ਦੇਣਾ। ਸਾਡੇ ਨਾਤੇ ਤੇ ਇਦਾਂ ਦੇ ਹੁੰਦੇ ਹਨ।
ਪਹਿਲਾਂ ਚੱਲਦੇ ਰਵਾਂਗੇ, ਫਿਰ ਜਦੋਂ ਕੋਈ ਮੌਕਾ ਆਉਂਦਾ ਉਹਦਾ ਅਗਲੇ ਨੂੰ ਮਤਲਬ ਤਾਂ ਪਛਾਣ, ਪਰ ਸਮਝ ਲੈ, ਮੰਨ ਲੈ ਸੀ, ਜਦੋਂ ਤੂੰ ਮੰਨ ਲੈਂਦਾ ਉਦੋਂ ਤੇਰਾ ਫਾਇਦਾ ਹੋ ਜਾਏ। ਤੇ ਸਤਿਗੁਰ ਦਇਆ ਕਿਰਪਾ ਕਰਨ। ਜਿਸ ਤਰ੍ਹਾਂ ਪਹਿਲਾਂ ਹੀ ਬੇਨਤੀ ਸਟਾਰਟ ਜਿਹੜੀ ਹੋਈ ਸੀ, ਉਹਨੇ ਕਿਹਾ ਕਿ ਕਰੋ ਰੀ ਕੋਈ ਸਤਸੰਗ ਆਜ ਬਣਾਏ, ਕਿ ਅੱਜ ਆਪਣੇ ਮਨ ਨੂੰ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਲਿਆ ਕੇ ਉਸ ਦੇ ਉੱਤੇ ਵਿਸ਼ਵਾਸ ਕਰਕੇ ਉਹਦੇ ਉੱਤੇ ਚੱਲਣਾ ਸਟਾਰਟ ਕਰੀਏ। ਜਦੋਂ ਵੀ ਅਸੀਂ ਮੰਨਣਾ ਸ਼ੁਰੂ ਕਰ ਦਾਂਗੇ, ਜਦੋਂ ਅਸੀਂ ਚੱਲਣਾ ਸ਼ੁਰੂ ਕਰ ਦੇਵਾਂਗੇ, ਉਹੀ ਸਤਸੰਗ ਸਾਡਾ ਜਿਹੜਾ ਆ ਸਾਡੇ ਵਾਸਤੇ ਉਹ ਅੰਮ੍ਰਿਤ ਰੂਪ ਬਣਾਉਣੀ। ਜੇ ਨਹੀਂ ਹੋਇਆ, ਮੈਂ ਪਿਛਲੇ ਸਤਸੰਗ 'ਚ ਬੇਨਤੀ ਕੀਤੀ ਸੀ ਨਾ, ਕੋਈ ਗੁਰੂ ਮਹਾਰਾਜ ਦੇ ਸੇਵਾਦਾਰ ਨੇ, ਕੋਈ ਉਹਨਾਂ ਨੇ ਗੱਲ ਕੀਤੀ ਕਿਤੇ, ਤੇ ਕਹਿਣ ਲੱਗੇ ਸਤਸੰਗ ਪਹਿਲਾਂ ਵੀ ਉਹਨਾਂ ਨੇ ਸੁਣਿਆ ਨਹੀਂ, ਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚ ਇੱਥੇ ਹਾਜ਼ਰ ਸੀ ਉਦੋਂ, ਜਾਂ ਕਿਤੇ ਸੁਣੇ ਹੋਣ ਪਹਿਲਾਂ, ਤਾਂ ਕਹਿੰਦੇ ਕਿ ਉਹ ਧਿਆਨ ਨਾ ਹੋਣ ਕਰਕੇ ਜਾਂ ਨਾ ਉਸ ਚੀਜ਼ ਦੇ ਵਿੱਚ ਆਉਣ ਕਰਕੇ ਉਹਦੀ ਸਮਝ ਨਹੀਂ। ਜਦੋਂ ਉਹ ਕਿਤੇ ਉਸ ਮਨ ਦੀ ਉਸ ਦੀ ਵਾਇਸੀ ਅਵਸਥਾ ਬਣੀ, ਕੋਈ ਉਹੀ ਸਤਸੰਗ ਦੇ ਵਜਨ ਫਿਰ ਦੁਬਾਰਾ ਕਿਤੇ ਸੁਣੇ, ਤੇ ਬਈ ਉਹ ਕਹਿਣ ਲੱਗੇ ਕਿ ਬਈ ਬਹੁਤ ਮਨ ਜਿਹੜਾ ਸੀ ਮਤਲਬ ਹੋਇਆ, ਮਹਿਸੂਸ ਕੀਤਾ ਮਨ ਨੇ ਉਸ ਚੀਜ਼ ਨੂੰ। ਇਸੇ ਤਰ੍ਹਾਂ ਹੀ ਸਤਸੰਗ ਜਿਹੜੇ ਗੁਰੂ ਮਹਾਰਾਜ ਨੇ ਫਰਮਾਇਆ ਹੈ ਕਿ ਇੱਕ ਹੀ ਸਤਸੰਗ ਇਹਦੇ ਵਾਸਤੇ ਬਹੁਤ ਹੈ, ਪਰ ਉਹ ਇੱਕ ਸਤਸੰਗ ਕਿਹੜਾ ਹੈ ਇਹ ਸਾਨੂੰ ਨਹੀਂ ਪਤਾ। ਸਤਸੰਗ ਅਸੀਂ ਬਹੁਤ ਸੁਣੇ ਨੇ, ਪਰ ਉਹ ਇੱਕ ਸਤਸੰਗ ਕਿਹੜਾ ਹੋਏਗਾ ਜਦੋਂ ਸਾਡਾ ਹੀ ਕਾਇਆ ਪਲਟ, ਜਦੋਂ ਸਾਨੂੰ ਪਤਾ ਲੱਗ ਜਾਏਗਾ, ਮਨ ਦੀ ਜਿਹੜੀਆਂ ਮੈਲਾਂ ਉਤਰ ਜਾਣਗੀਆਂ, ਮਨ ਗੁਰੂ ਦੇ ਵਚਨ ਨੂੰ ਮੰਨ ਲਏਗਾ, ਉਦੋਂ ਉਹੀ ਸਤਸੰਗ ਜਿਹੜਾ ਸਾਡੇ ਵਾਸਤੇ ਅਸਲੀ ਸਤਸੰਗ ਹੋਏਗਾ। ਤੇ ਸਤਿਗੁਰ ਦਇਆ ਕਿਰਪਾ ਕਰਨ। ਵਚਨ ਸੰਗਤਾਂ ਨੇ ਬਹੁਤ ਸੁਣੇ ਨੇ, ਉਹਨਾਂ ਨੇ ਜਿਸ ਤਰ੍ਹਾਂ ਫਰਮਾਇਆ ਕਿ ਜਾਣਦੇ ਵੀ ਸੀ ਸਭ ਕੁਛ, ਜਾਂ ਪਤਾ ਵੀ ਸਾਨੂੰ ਸਭ ਕੁਛ ਹੈ। ਸਤਿਗੁਰ ਦਇਆ ਕਿਰਪਾ ਕਰਨ, ਸਾਨੂੰ ਆਪਣੇ ਵਚਨਾਂ ਦੇ ਉੱਤੇ ਚੱਲਣ ਦਾ ਬਲ ਬਖਸ਼ਣ, ਮੰਨਣ ਦਾ ਬਲ ਬਖਸ਼ਣ। ਜਦੋਂ ਉਹਨਾਂ ਨੂੰ ਮੰਨ ਲਵਾਂਗੇ, ਛੁਟਕਾਰਾ ਜਿਹੜਾ ਉਹ ਹੋਵੇਗਾ। ਰਾਧਾ ਰਾਧਾ।